ਸਾਡੇ ਮਨਪ੍ਰੀਤ ਬਾਦਲ ਜੀ ਨੇ मैं बहुती गल नहीं कहनी है, अपने जाके गिद्दड़बाजी देखो। बठिंडा थर्मल प्लांट में जिस टाइम जितने का इलैक्शन लड़िया 2017 च कहता सी, कहना मैनू बहुत ही ज़्यादा अखां तो हिंजू गिरते हैं कि आ मेरा थर्मल प्लांट बंद पिया, चिमनी बंद पई है। तो अज 1400 एकड़ जमीन मनप्रीत बादल ने सेल ते लाती बठिंडा थर्मल की, चिमनी तो रही हो नहीं है, मतलब कर रहा। और मैं आस करदा हाँ कि जिहड़ी अगली सरकार है 2022 की वो भी साडी कांग्रेस की बननी है। अज एक बहुत वड्डी गल चावला जी ने कही, पर चावला जी मैं दसना चाहुंदा जिस दिन वोटां पईयां मैनूं 15 वोटां पईयां उत्थे साडी पार्टीबाजी खत्म हो चुकी सी। गुटबाजी है, कारण तुसीं सारे जानते हो। मैं थोड़ा जिहा चानना पाना भी जो बंदियां की कोई पहचान नहीं होंदी उन्होंने नेड़े लाया जाता, जिन्हों के कोई फॉलोइंग होंदी है उन्होंने दूर किया जाता। ये गुटबाजी का बहुत बड़ा कारण है। सत श्री अकाल, नमस्कार जी। अज असीं खड़े कुराली के ग्रैंड प्लाजा होटल के बाहर, तो अज इत्थे एक मीटिंग की गई है जिस दे विच कांग्रेस पार्टी के सीनियर लीडर प्रदीप अरोड़ा को एक वड्डी जिम्मेवारी दी गई है। उन्होंने कांग्रेस सेवा दल का जिला मोहाली का प्रधान थापिया गया है। गलबात करते हैं सेवा दल के मैंबरों के नाल ते देखते हैं इत्थे कांग्रेसी वर्कर जदों भड़ास करते हुए भी नज़र आए तो कांग्रेस सरकार के खिलाफ भी बोलते हुए नज़र आए। की कहना सीगा इन्हां कांग्रेसी वर्करां दा? जिहड़ा भी उम्मीदवार आऊगा असीं उहदी मदद करनी है। और कांग्रेस पार्टी में भी बहुत कुमताइयां है, ਜਿਹੜੇ बड़े लीडर बैठे हैं वो वर्करां नहीं सुनते नहीं है, वो वर्करां नूं मिलण दा टाइम भी नहीं दिंदे। असीं चंडीगढ़ गए थे अपने प्रधान जी को, पंजाब प्रदेश कांग्रेस के प्रधान को, सारे साथी असीं इकट्ठे थे। सानूं उन्होंने ये कहा कि मैं कांग्रेस भवन आ रहा, ना वो सानूं उत्थे मिले ना वो कांग्रेस भवन आ गए। तो वर्कर तो अपने दिलों जान नाल पार्टी की सेवा करता है,
ਵਰਕਰਾਂ ਨੂੰ ਇਹ ਜਿਹੜੇ ਬੜੇ ਲੀਡਰ ਹੈ ਇਹ ਬੇਵਕੂਫ ਬਣਾਉਂਦੇ ਹੈ, ਉਹਨਾਂ ਨੂੰ ਟੂਲ ਸਮਝਦੇ ਆ, ਉਹਨਾਂ ਨੂੰ ਵਰਤਦੇ ਆ। ਚਲੋ ਮੈਂ ਬਹੁਤੀਆਂ ਗੱਲਾਂ ਨਾ ਕਰਾਂ, ਮੈਂ ਤਾਂ ਜਿਹੜਾ ਵੀ ਕਾਂਗਰਸ ਪਾਰਟੀ ਦਾ ਉਮੀਦਵਾਰ ਆਊਗਾ ਅਸੀਂ ਉਹਦੀ ਮਦਦ ਕਰਾਂਗੇ। ਬਹੁਤ ਬਹੁਤ ਧੰਨਵਾਦ। ਮੈਂ ਇਹ ਕਹਿਣੀ ਚਾਹੁੰਦਾ, ਕਾਲੀਆ ਜੀ ਨੇ ਬੜੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ, ਆਪਾਂ ਬੈਠੇ ਤਾਂ ਸਾਰੇ ਐ ਜਿਹੇ ਆ, ਪਰ ਮੈਂ ਇੱਕ ਗੱਲ 'ਚ ਵਾਅਦਾ ਜ਼ਰੂਰ ਕਰਦਾ ਪ੍ਰਧਾਨ ਜੀ ਤੁਹਾਡੇ ਕੋਲ ਕਿ ਤੁਸੀਂ ਜਿੱਥੇ ਸਾਰਿਆਂ ਨੂੰ ਇਕੱਠੇ ਕਰਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ, ਮੁੜ ਕੇ ਸਰਕਾਰ ਸਥਾਪਿਤ ਕਰਨ ਵਾਸਤੇ ਜਿਹੜਾ ਲੋਕਾਂ ਨੂੰ ਇਕੱਠੇ ਕਰਕੇ ਬੀੜਾ ਚੁੱਕਿਆ, ਇਹ ਅੱਜ ਦੇ ਇਸ ਸਮੇਂ ਵਿੱਚ ਬਹੁਤ ਔਖਾ ਕਦਮ ਹੈ। ਤੁਸੀਂ ਇਹ ਚੱਕਿਆ, ਅਸੀਂ ਤੁਹਾਡਾ ਇਸ ਗੱਲ ਤੋਂ ਧੰਨਵਾਦ ਕਰਦੇ ਹਾਂ। ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ, ਅਸੀਂ ਲੋਕਾਂ ਦੇ ਵਿੱਚ ਜਾਣਾ ਹੈ। ਅੱਜ ਤੋਂ 6 ਮਹੀਨੇ ਨੂੰ ਚੱਲੀਏ, 2 ਮਹੀਨੇ ਨੂੰ ਚੱਲੀਏ, ਤੁਸੀਂ ਵੀ ਆਉਣਾ ਹੈ, ਹੋਰ ਸਾਡੇ ਆਗੂਆਂ ਨੇ, MP ਸਾਹਿਬਾਨ, MLA ਸਾਹਿਬਾਨ, ਇਹਨਾਂ ਨੇ ਵੀ ਆਉਣਾ ਹੈ। ਪਰ ਮੈਂ 2 ਬੇਨਤੀਆਂ ਤੁਹਾਨੂੰ ਜ਼ਰੂਰ ਕਰਨੀਆਂ, ਕਿ ਉਹ ਬੇਨਤੀਆਂ ਦੀ ਤਿਆਰੀ ਔਰ ਬੇਨਤੀਆਂ ਦਾ ਜਵਾਬ ਮੇਰਾ ਜੇ ਤੁਸੀਂ ਇਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਤੇ ਇਹਨਾਂ ਲੋਕਾਂ ਨੂੰ ਪ੍ਰਪੇਅਰ ਕਰਨ ਵਾਸਤੇ ਕਾਮਯਾਬ ਹੋ ਜਾਂਦੇ ਆ, ਫਿਰ ਤਾਂ ਚੰਡੀਗੜ੍ਹ ਦੀਆਂ ਸੈਕਟਰੀਏਟ ਦੀਆਂ ਪੌੜੀਆਂ ਨੇੜੇ ਆ, ਨਹੀਂ ਅਸੀਂ ਕਿਤੇ ਬਹੁਤ ਦੂਰ ਬੈਠੇ ਆ। ਮੇਰਾ ਸਵਾਲ ਹੈ ਪਹਿਲਾਂ ਇਸ ਗੱਲ ਦੇ ਉੱਤੇ, ਸਾਡੇ ਸਤਿਕਾਰਯੋਗ CM ਸਾਹਿਬ ਨੇ ਇੱਕ ਜੁਮਲਾ ਦਿਖਾਤਾ ਸੀ ਨਰਿੰਦਰ ਮੋਦੀ ਵਾਂਗੂ, ਜਿਵੇਂ ਕਿ ਨਰਿੰਦਰ ਮੋਦੀ ਜੀ ਨੇ ਜੁਮਲਾ ਦਿਖਾਇਆ था ਨਾ ਕਿ 15-15 ਲੱਖ ਰੁਪਈਆ ਹਰੇਕ ਦੇ ਖਾਤੇ ਵਿੱਚ ਪਾ ਜੂਗਾ। ਮੇਰੇ ਵਰਗਾ ਬੁੜਾ ਗੋਡਿਆਂ ਭਾਰ ਹੋ ਕੇ ਵੀ ਬੈਂਕਾਂ ਦੇ ਵਿੱਚ ਰਹਿ ਗਿਆ, ਖਾਤੇ ਖਿਲਾਣ ਜ਼ੀਰੋ ਬੈਲੈਂਸ ਦੇ, ਅੱਜ ਤੱਕ ਉਹ ਕਿਸੇ ਨੂੰ ਦਿਖਿਆ ਨਹੀਂ। ਇੱਕ ਜੁਮਲਾ ਸਾਡੇ CM ਸਾਹਿਬ ਨੇ ਵੀ ਦਿਖਾਤਾ ਕਿ ਮੈਂ ਘਰ ਘਰ ਨੌਕਰੀ ਦਊਂਗਾ। ਦੂਜਾ ਸੀਗਾ ਸਤਿਕਾਰਯੋਗ ਗੁਟਕਾ ਸਾਹਿਬ ਨੂੰ ਚੱਕ ਕੇ ਕਸਮ ਖਾ ਕੇ ਲੋਕਾਂ ਦੇ ਵਿੱਚ ਜਾਣ ਦਾ। ਜੇ ਸਰਕਾਰ ਤੁਸੀਂ ਬਣਾਉਣੀ ਚਾਹੁੰਦੇ ਹੋ ਪ੍ਰਧਾਨ ਜੀ, ਤਾਂ ਉੱਪਰਲੀ ਹਾਈ ਕਮੇਟੀ ਦੇ ਵਿੱਚ ਜਿਸ ਲੈਵਲ ਤੇ ਤੁਸੀਂ ਬੈਠੇ ਹੋ, ਭਾਵੇਂ CM ਸਾਹਿਬ ਆ, ਭਾਵੇਂ MLA ਸਾਹਿਬ ਆ, ਭਾਵੇਂ MP ਸਾਹਿਬ ਹੈ, ਜੇ ਇਹਨਾਂ ਗੱਲਾਂ ਦਾ ਜਵਾਬ ਤੁਸੀਂ ਲੈ ਕੇ ਲੋਕਾਂ 'ਚ ਆ ਜੰਨੇ ਆ, ਫਿਰ ਮੈਂ ਤੁਹਾਨੂੰ ਗਰੰਟੀ ਕਰਦਾ ਇਸ ਗੱਲ ਦੀ, ਤੁਸੀਂ ਚੰਡੀਗੜ੍ਹ ਦੀਆਂ ਪੌੜੀਆਂ ਚੜ੍ਹ ਜਾਓਗੇ। ਨਹੀਂ ਤਾਂ ਮੇਰਾ ਵੀਰੋ ਇਸ ਗੱਲ ਨੂੰ ਕਿਤੇ ਭੁਲੇਖੇ 'ਚ ਨਾ ਰਿਓ, ਕਿਸੇ ਨੂੰ ਸੇਵਾ ਦਲ ਦਾ ਪ੍ਰਧਾਨ ਬਣਾ ਲਓ, ਕਿਸੇ ਨੂੰ ਜ਼ਿਲ੍ਹੇ ਦਾ ਬਣਾ ਲਓ, ਕਿਸੇ ਨੂੰ ਪੰਜਾਬ ਦਾ ਬਣਾ ਲਓ, ਕਿਸੇ ਨੂੰ ਇੰਡੀਆ ਦਾ ਬਣਾ ਲਓ, ਕੰਮ ਜਿਹੜਾ ਦੂਰ ਨਜ਼ਰ ਆਉਂਦਾ। ਸੱਚ ਕੌੜਾ, ਕਿਉਂਕਿ ਆਪਾਂ ਸਾਰੇ ਇੱਕ ਪਾਰਟੀ ਦੇ ਸਾਰੇ ਵਰਕਰ ਬੈਠੇ ਆ। ਕਹਿੰਦੇ ਜਦੋਂ ਆਪਣੀ ਪਾਰਟੀ ਦੇ ਵਰਕਰਾਂ 'ਚ ਗੱਲ ਕਹੀਏ ਫਿਰ ਇਮਾਨਦਾਰੀ ਨਾਲ ਸੱਚੀ ਕਰੀਏ, ਤੇ ਜਦੋਂ ਬਾਹਰ ਜਾਈਏ ਤੇ ਪਾਰਟੀ ਨੂੰ ਪ੍ਰੋਟੈਕਟ ਕਰੀਏ। ਜੇ ਆਪਣੀਆਂ ਕਮੀਆਂ ਤਾਂ ਬਾਹਰ ਉਜਾਗਰ ਨਾ ਕਰੀਏ, ਜੇ ਆਪਣੀਆਂ ਕਮੀਆਂ ਆਪਣੇ ਆਪ 'ਚ ਜ਼ਰੂਰ ਕਹੀਏ ਤਾਂ ਕਿ ਉਹਨਾਂ ਦਾ ਕੋਈ ਨਾ ਕੋਈ ਸਮਾਧਾਨ ਹੋ ਸਕੇ। ਮੇਰੀ ਤੁਹਾਨੂੰ ਇਸ ਗੱਲ ਦੇ ਸੋਨਾ ਜਿਹੜਾ ਕੰਨਾਂ ਨੂੰ ਖਾ ਆਪਣੀ ਸਿਆਣਪ ਦਿਖਾ ਰਹੇ ਪ੍ਰਧਾਨ ਜੀ, ਤੁਸੀਂ ਗੱਲ ਕਹਿਣੀ ਕਿ ਨਹੀਂ ਕਹਿਣੀ, ਪਰ ਅਸੀਂ ਕਹਿ ਰਹੇ ਤੁਹਾਡੇ ਕੋਲ ਸਾਡਾ ਹੱਕ ਬਣਦਾ। ਤੁਸੀਂ ਪੰਜਾਬ ਦੇ ਸਾਡੇ ਆਗੂ ਹੈ, ਇੰਨਾ ਵੀ ਸਿਆਣਾ ਨਹੀਂ ਹੋਣਾ ਚਾਹੀਦਾ ਕਹਿੰਦਾ ਮੈਂ ਐਡਾ ਵੱਡਾ ਸਿਆਣਾ ਹੈ ਕਿ ਮੈਂ ਲੋਕਾਂ ਦਾ ਜਿਹੜਾ ਕਰਜ਼ਾ ਤਾਰ ਕੇ ਦੇ ਕੇ ਕਹਿੰਦਾ ਕਿਸੇ ਕ੍ਰਾਈਸਿਸ ਆ ਜਾਵੇ ਤਾਂ ਕ੍ਰਾਈਸਿਸ ਆਇਆ ਹੋਇਆ ਮੈਂ 4 ਪੈਸੇ ਖਜ਼ਾਨੇ ਛੱਡ ਕੇ ਜਾ ਰਿਹਾ, ਅਸੀਂ ਇਹਨੂੰ ਵਰਤ ਲਾਂਗੇ। ਕਹਿੰਦਾ ਬੰਦਾ ਜੋੜੇ ਪਰੀ ਪਲੀ ਤੇ ਰਾਮ ਰੜਾਵੇ ਕੁੱਪਾ। ਮੋਦੀ ਨੇ ਵੀ ਜੋੜਿਆ ਤਾਂ ਵਿਜੇ ਮਾਲਿਆ ਵਰਗਾ ਇਕੱਠਾ ਕਰਕੇ ਆਓ ਵੜ ਗਿਆ, ਜਾ ਕੇ ਨੀਰਵ ਮੋਦੀ ਵਰਗੇ ਇਕੱਠੇ ਕਰਕੇ ਆਓ ਵੜ ਗਏ, ਬੈਂਕ ਕੰਗਾਲੀ ਤੇ ਲਿਆ ਕੇ ਖੜੇ ਕਰ ਦਿੱਤੇ। ਤੇ ਮੈਨੂੰ ਦੁੱਖ ਹੈ ਇਸ ਗੱਲ ਦਾ, ਮੈਨੂੰ ਦੁੱਖ ਹੈ ਇਸ ਗੱਲ ਦੇ ਉੱਤੇ ਵੀ ਉਹ ਸਿਆਣਪ ਕਿਆ ਕਰੂਗੀ। ਅੱਜ ਲੋਕ ਸੜਕਾਂ ਦੇ ਧੱਕੇ ਖਾ ਰਹੇ ਆ, ਉਹ ਪੈਸੇ ਇਕੱਠੇ ਕਰਕੇ ਰੱਖ ਕਿਹਦੇ ਵਾਸਤੇ ਰਿਹਾ? ਉਹਨਾਂ ਲੋਕਾਂ ਦੇ ਮਰਨ ਵਾਸਤੇ ਕਿ ਉਹ ਕੋਠਿਆਂ ਤੇ ਚੜ ਜਾਣ ਜਾਂ ਟਿਊਬਵੈਲਾਂ ਦੀਆਂ ਟੈਂਕੀਆਂ ਤੇ ਚੜ ਜਾਣ, ਇਸ ਗੱਲ ਵਾਸਤੇ ਪੈਸੇ ਇਕੱਠੇ ਕਰ ਰਿਹਾ। ਤੇ ਜੇ ਪੈਸੇ ਇਕੱਠੇ ਕਰਦਾ ਤੇ ਪੈਸੇ ਨੂੰ ਹੰਡਾਉਣ ਵਾਸਤੇ ਕੋਈ ਹੋਰ ਜੰਮੂਗਾ 2022 ਚ, ਤੁਸੀਂ ਨਹੀਂ ਜੰਮਦੇ। ਇਹਨੂੰ ਨੱਥ ਪਾ ਲਓ। ਆ ਜਿਹੜੀ ਇੰਨੀ ਸਿਆਣਪ ਰੱਖੀ ਹੈ, ਆ ਲੋਕ ਜਿਹੜੇ ਲੜ ਰਹੇ ਆ, ਮਰ ਰਹੇ ਆ, ਘੁਲ ਰਹੇ ਆ, ਇਹਨਾਂ ਦੇ ਵਾਸਤੇ ਵਿਚਾਰ ਕਰ ਲਓ, ਇਹਨਾਂ ਨੂੰ ਕੁਛ ਨਾ ਕੁਛ ਦੇ ਦਿਓ। ਅਕਾਲੀਆਂ ਵਰਗਾ ਕਰਪਟ ਕੋਈ ਨਹੀਂ ਤਾਂ, ਆਪਾਂ ਸਾਰੇ ਜਾਣਦੇ, ਆਪਾਂ ਨੇ ਕਰਪਸ਼ਨ ਸਾਰਿਆਂ ਨੇ ਦੇਖੀ ਹੈ। ਪਰ ਜੇ 100 ਦੇ ਵਿੱਚੋਂ
20 ਪੈਸੇ ਉਹ ਲਾਂਦੇ ਤੇ 70 ਖਾਂਦੇ ਤੇ 10 ਦਾ ਛਿੱਟਾ ਸਾਡੇ ਵਾਸਤੇ ਵੀ ਦੇ ਦਿੰਦੇ ਵੀ ਤੁਸੀਂ ਵੀ ਖਾ ਲਿਓ ਪੂਰਾ ਪੂਰਾ। ਸਭ ਚੁੱਪ ਹੋ ਜਾਂਦੇ ਤੇ ਸਾਡੇ ਮਨਪ੍ਰੀਤ ਬਾਦਲ ਜੀ ਨੇ ਨਾ, ਮੈਂ ਬਹੁਤੀ ਗੱਲ ਨਹੀਂ ਕਹਿਣੀ ਹੈ, ਆਪਣੇ ਜਾ ਕੇ ਗਿੱਦੜਬਾਜ਼ ਦੇਖੋ, ਬਠਿੰਡਾ ਥਰਮਲ ਪਲਾਂਟ ਨੂੰ ਜਿਸ ਟਾਈਮ ਜਿੱਤਣ ਦਾ ਇਲੈਕਸ਼ਨ ਲੜਿਆ 2017 ਚ, ਇਹ ਕਹਿੰਦਾ ਸੀ, ਕਹਿੰਦਾ ਮੈਨੂੰ ਬਹੁਤ ਹੀ ਜ਼ਿਆਦਾ ਅੱਖਾਂ ਤੋਂ ਹੰਝੂ ਗਿਰਦੇ ਆ ਕਿ ਆ ਮੇਰਾ ਥਰਮਲ ਪਲਾਂਟ ਬੰਦ ਪਿਆ, ਚਿਮਨੀ ਬੰਦ ਪਈ ਹੈ। ਤੇ ਅੱਜ 1400 ਏਕੜ ਜ਼ਮੀਨ ਮਨਪ੍ਰੀਤ ਬਾਦਲ ਨੇ ਸੇਲ ਤੇ ਲਾਤੀ ਬਠਿੰਡਾ ਥਰਮਲ ਦੀ, ਚਿਮਨੀ ਤਾਂ ਰਹੀ ਹੋ ਨਹੀਂ ਹੈ, ਬਾਦਲ ਨੇ ਕਰ ਰਿਹਾ। ਫਿਰ ਆਪਾਂ ਲੋਕਾਂ 'ਚ ਕਿਹੜੇ ਮੂੰਹ ਨਾਲ ਜਾਵਾਂਗੇ? ਅੱਜ ਖਮਿਆਜਾ ਮਹਾਰਾਜਾ ਸਾਹਿਬ ਭੁਗਤ ਰਹੇ, ਤੁਸੀਂ ਭੁਗਤ ਰਹੇ ਲੋਕਾਂ 'ਚ। ਥਰਮਲ ਸਾਰੇ ਬੰਦ ਹੋ ਗਏ, ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ, ਲੋਕ ਧੱਕੇ ਖਾ ਰਹੇ ਆ ਸੜਕਾਂ ਤੇ, ਜਾਮ ਲਾ ਕੇ 2-2 ਘੰਟੇ ਬਿਜਲੀ ਲੈ ਰਹੇ ਆ। ਤੇ ਮਨਪ੍ਰੀਤ ਦਾ ਖਜ਼ਾਨਾ ਸੀ ਚੱਟਣਾ ਜੀ, ਅੱਜ ਲੋਕਾਂ ਨੂੰ, ਕਿਸਾਨਾਂ ਨੂੰ ਆਪਾਂ ਜੀ ਬਿਜਲੀ ਨਾ ਦੇ ਸਕੀਏ। ਮੇਰੀ ਸੋਏ ਗੱਲ ਦੀਆਂ ਬੇਨਤੀਆਂ। ਸਾਡੀ ਜਿਹੜੀ 4.5 ਸਾਲ ਪਿਛਲੀ ਸਰਕਾਰ ਬਣੀ ਹੋਈ, 4.5 ਸਾਲ ਹੋ ਗਏ, ਇਹਦੇ ਵਿੱਚ ਜਿਹੜੀ ਅਫਸਰਸ਼ਾਹੀ ਭਾਰੀ ਜ਼ਿਆਦਾ ਰਹੀ ਹੈ। ਜਿਹੜਾ ਆਮ ਵਰਕਰ ਹੈ ਇਹਦੀ ਕੋਈ ਸੁਣਵਾਈ ਨਹੀਂ ਹੋਈ। ਅਫਸਰਸ਼ਾਹੀ ਉੱਪਰ ਇੰਨੀ ਹਾਵੀ ਹੈ, ਕੈਪਟਨ ਸਾਹਿਬ ਨੇ ਕਰੀ ਵੀ ਹੈ। ਥੱਲੜੇ ਲੋਕਾਂ ਦੀ, ਜਿਹੜੇ ਆਮ ਵਰਕਰ ਹੈ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਰੇ। ਸਾਡੀ ਤਾਂ ਤੁਹਾਨੂੰ ਆਹੀ ਬੇਨਤੀ ਹੈ ਕਿ ਜਿਹੜੇ ਆਹ ਕੈਪਟਨ ਸਾਹਿਬ ਤੁਸੀਂ ਸਾਡੇ ਸਿਰ 'ਤੇ ਬਿਠਾਏ ਹੋਏ ਆ, ਇਹਨਾਂ ਨੂੰ ਉਤਾਰ ਦਿਓ। ਮੈਨੂੰ ਲੱਗਦਾ ਸਰਕਾਰ ਛੇਤੀ ਵਧੀਆ ਆ ਜੂਗੀ ਜੇ ਤੁਸੀਂ ਪ੍ਰਨਾਉਂਸ ਕਰਾ ਦਿਓ। ਆਹੀ ਤਾਂ ਤੁਹਾਨੂੰ ਬੇਨਤੀ ਹੈ ਬਸ, ਹੋਰ ਕੋਈ ਨਹੀਂ। ਕਿਸੇ ਬਹਾਨੇ ਅੱਜ ਇੱਕ ਮੰਚ ਪਰ ਇਕੱਠੀ ਹੋਈ ਦਿਖੀ, ਸੋ ਅਸੀਂ ਇੱਥੇ ਵੀ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਬਹਾਨੇ ਹੀ ਸਹੀ ਅੱਜ ਸਾਡੀ ਕਾਂਗਰਸ ਦੀ ਜਿਹੜੀ ਸਾਰੀ ਰੀੜ੍ਹ ਦੀ ਹੱਡੀ ਹੈ, ਉਹ ਕਾਂਗਰਸ ਦੀ ਲੀਡਰਸ਼ਿਪ ਇਕੱਠੀ ਹੋਈ। ਤੇ ਮੈਂ ਆਪਣੇ ਛੋਟੇ ਵੀਰ ਦਿਨੇਸ਼ ਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਮੁੱਖ ਮੰਤਰੀ ਬਦਲਣ ਦੀਆਂ ਗੱਲਾਂ ਜਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ, ਇਹ ਸਾਡੇ ਲੈਵਲ ਤੇ ਬਹੁਤ ਉੱਚੀਆਂ ਗੱਲਾਂ। ਇਹਦੇ ਵਾਸਤੇ ਕਿਉਂਕਿ ਇਹ ਮੈਂ ਤਾਂ ਦੱਸਣਾ ਚਾਹੁੰਦਾ ਤੁਹਾਨੂੰ ਵੀ ਸਾਡੇ ਸੀਨੀਅਰ ਲੀਡਰਸ਼ਿਪ, ਸਾਡੇ ਨਗਰ ਕੌਂਸਲ ਦੇ ਪ੍ਰਧਾਨ, ਸਾਡੇ ਕਾਲੀਆ ਜੀ, ਸਾਰਿਆਂ ਦੀ ਹਾਜ਼ਰੀ ਦੇ ਵਿੱਚ ਆਪਾਂ ਜਿਹੜੀ ਇਹ ਗੱਲ ਕਰੀ ਹੈ, ਇਹਦਾ ਸਪਸ਼ਟੀਕਰਨ ਦੇਣਾ ਜ਼ਰੂਰੀ ਹੋ ਗਿਆ ਕਿ ਜਿਹਦੇ ਵਿੱਚ ਸਾਡੇ ਪੰਜਾਬ ਦੇ ਸਾਰੇ ਕੈਬਨਿਟ ਦੇ ਮੰਤਰੀ, ਮੈਂਬਰ ਪਾਰਲੀਮੈਂਟ ਔਰ ਵਿਧਾਇਕ ਦੀ ਜਿਹੜੀ 3 ਮੈਂਬਰੀ ਕਮੇਟੀ ਹਾਈ ਕਮਾਂਡ ਨੇ ਬਣਾਈ, ਉਹਦਾ ਜੋ ਫੈਸਲਾ ਆਣਾ ਹੈ ਉਹ ਤੁਹਾਡੇ ਸਾਹਮਣੇ 1-2 ਦਿਨ 4 ਦਿਨ ਦੇ ਵਿੱਚ ਆ ਜਾਣਾ। ਔਰ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ ਵੀ ਚਾਹੇ ਉਹ ਵਿਧਾਨ ਸਭਾ ਦੀ ਟਿਕਟ ਹੋਵੇ, ਚਾਹੇ ਉਹ ਨਗਰ ਕੌਂਸਲ ਦੀਆਂ ਟਿਕਟਾਂ ਹੋਣ ਇਸ ਵਾਰ ਦੀਆਂ, ਚਾਹੇ ਉਹ ਮੈਂਬਰ ਪਾਰਲੀਮੈਂਟ ਦੀਆਂ ਹੋਵੇ, ਚਾਹੇ ਉਹ ਚੀਫ ਮਿਨਿਸਟਰ ਦਾ ਚਿਹਰਾ ਹੋਵੇ, ਜਿਹਨੂੰ ਪਾਰਟੀ ਨੇ ਥਾਪੜਾ ਦਿੱਤਾ, ਸਾਨੂੰ ਇੱਕ ਮੰਚ ਪਰ ਉਹਦੇ ਨਾਲ ਤੁਰਨਾ ਪੈਣਾ। ਇਸ ਲਈ ਅਸੀਂ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਦੁਆਰੇ ਬਣਾਣੀ ਹੈ। ਗਿਲੇ ਸ਼ਿਕਵੇ ਸਾਡੇ ਸਾਰਿਆਂ ਦੇ ਹੈਗੇ ਆ, ਰੋਸਾ ਹੈਗਾ, ਅਫਸਰਸ਼ਾਹੀ ਜਿਹੜੀ ਹੈਗੀ ਹੈ ਸਾਡੀ, ਜਿਹੜੀ ਉਹ ਸਾਡੇ ਵਰਕਰਾਂ ਤੇ ਬਹੁਤ ਭਾਰੀ ਰਹੀ। ਇਹਦੇ ਲਈ ਸਮੇਂ-ਸਮੇਂ ਸਿਰ ਜਿਹੜੇ ਹੈਗੇ ਆ ਹਰੇਕ ਜ਼ਿਲ੍ਹਿਆਂ ਦੇ ਵਿੱਚ ਆਵਾਜ਼ ਚੱਕੀ ਗਈ, ਪਰ ਹੁਣ ਜਿਹੜਾ ਕੰਟਰੋਲ ਜਿਹੜਾ ਕਾਫੀ ਹੋ ਚੁੱਕਿਆ ਹੈ। ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਹੁੰਦੇ, ਚਾਹੇ ਨਗਰ ਕੌਂਸਲ ਦੇ ਲਾ ਲਓ, ਦੇਖੋ ਕਿੰਨੇ ਕੰਮ ਹੁਣ ਨਗਰ ਕੌਂਸਲ ਦੇ ਤੁਹਾਡੇ ਹੋਣ ਆ ਰਹੇ ਆ। ਪਿਛਲੇ 1 ਸਾਲ ਦੇ ਵਿੱਚ ਸਾਡੇ ਪ੍ਰਸ਼ਾਸਨਿਕ ਰਾਜ ਲੱਗਿਆ ਰਿਹਾ, 1.5 ਸਾਲ 'ਚ ਅਸੀਂ ਉੱਥੇ ਵੀ ਵਾਂਝੇ ਰਹੇ ਆਪਣੇ ਸ਼ਹਿਰ 'ਚ। ਅਸੀਂ ਉਹਨਾਂ ਚੀਜ਼ਾਂ ਤੇ ਵੀ ਬਹੁਤ ਅੱਕ ਚੁੱਕੇ ਤੇ ਜਿਹੜੀਆਂ ਗੱਲਾਂ ਨੂੰ ਅਸੀਂ ਕਰ ਰਹੇ ਹਾਂ। ਸੋ ਅੱਜ ਪ੍ਰਦੀਪ ਅਰੋੜਾ ਜੀ ਦੀ ਜਿਹੜੀ ਤਾਜਪੋਸ਼ੀ ਹੈ, ਇਹ ਬਹੁਤ ਵੱਡੀ ਗੱਲ ਹੈ। ਮੈਂ ਜਦ ਸਪੋਰਟਸ ਸੈੱਲ ਦਾ ਚੇਅਰਮੈਨ ਯੂਥ ਕਾਂਗਰਸ ਦਾ ਲੱਗਿਆ ਤਾਂ ਮੈਂ ਅਰੋੜਾ ਜੀ ਕੋਲ ਆਇਆ ਸਭ ਤੋਂ ਪਹਿਲੀ ਵਾਰ ਚਨਾਲੋਂ। ਮੈਂ ਕਿਹਾ ਅਰੋੜਾ ਜੀ, ਮੈਂ ਜ਼ਿਲ੍ਹੇ 'ਚ ਕੋਈ ਆਪਾਂ ਬੰਦਾ ਲਾਈਏ ਵੀ ਤੁਸੀਂ ਮੇਰੇ ਬੜੇ ਭਾਈ ਹੈ, ਤੁਸੀਂ ਮੈਨੂੰ ਸਾਥ ਦੇਣਾ, ਸਹਿਯੋਗ ਦੱਸੋ ਕਿਵੇਂ ਦਿੰਦੇ ਆ। ਇਹ ਕਹਿੰਦੇ ਵੀ ਮੈਨੂੰ ਚਿੱਠੀ ਦੇ ਦੇ, ਪਰ ਮੈਂ ਜ਼ਿਲ੍ਹਾ ਪ੍ਰਧਾਨ ਨਹੀਂ, ਮੈਂ ਤੇਰਾ ਬੜਾ ਭਾਈ ਲਾ ਕੇ ਕੰਮ ਕਰ ਸਕਦਾ, ਤੇਰੇ ਨਾਲ ਜਾਊਂਗਾ। ਇਹਨਾਂ ਨੇ ਮੇਰਾ ਉਸ ਟਾਈਮ ਵੀ ਸਾਥ ਦਿੱਤਾ। ਯਾਨੀ ਕਹਿਣ ਦਾ ਭਾਵ ਇਹ ਕਾਂਗਰਸ ਪਾਰਟੀ ਦੇ ਹਮੇਸ਼ਾ ਸੱਚੇ ਪੱਕੇ ਸਿਪਾਹੀ ਰਹੇ ਹੈ। ਜੇ ਐਤਕੀ ਟਿਕਟ ਦੀ ਗੱਲ ਕਰੀਏ ਵਾਰਡ ਨੰਬਰ 10 ਦੀ, ਤਾਂ ਅਸੀਂ ਅਰੋੜਾ ਜੀ ਨੂੰ ਕਿਹਾ
ਸਾਰੇ ਕੌਂਸਲਰ ਬੈਠੇ ਐ, ਮੀਟਿੰਗਾਂ ਹੁੰਦੀਆਂ ਰਹੀਆਂ ਵੀ ਰੂੜਾ ਜੀ ਵਾਰਡ ਨੰਬਰ 10 ਚੋਂ ਤਿਆਰੀ ਕਰੋ, ਇਹਨਾਂ ਨੇ ਪੋਸਟਰ ਲਾਤੇ। ਜਦ ਪਾਰਟੀ ਹਾਈ ਕਮਾਂਡ ਨੇ ਸਰ ਬਹਾਦਰ ਸਿੰਘ ਓਕੇ ਨੂੰ ਟਿਕਟ ਦਿੱਤੀ, ਇਹਨਾਂ ਨੇ ਸਭ ਤੋਂ ਪਹਿਲੀ ਪੋਸਟ ਪਾਈ ਵੀ ਮੈਂ ਪਾਰਟੀ ਦਾ ਸਤਿਕਾਰ ਕਰਦਾ, ਜੋ ਪਾਰਟੀ ਨੇ ਫੈਸਲਾ ਕਰਿਆ ਮੈਂ ਪਾਰਟੀ ਦੇ ਨਾਲ ਹਮੇਸ਼ਾ ਖੜਾ। ਔਰ ਇੱਥੇ ਇਹ ਵੀ ਦੱਸਣਾ ਪੈਣਾ ਤੁਹਾਨੂੰ ਵੀ 10 ਨੰਬਰ ਵਾਰਡ ਦੇ ਵਿੱਚ ਦੂਸਰਾ ਕੋਈ ਕੈਂਡੀਡੇਟ ਜਿੱਤ ਨਹੀਂ ਸਕਦਾ ਦਾ, ਜਿਹੜਾ ਰੂੜਾ ਜੀ ਨੇ ਔਰ ਵਾਰਡ ਨੰਬਰ 10 ਦੇ ਸਾਥੀਆਂ ਨੇ, ਜਸਵੀਰ ਜੀ ਵੀ ਗਏ, ਸਾਰੇ ਉੱਥੇ ਸਾਥੀ ਰੂੜਾ ਜੀ ਸਾਰੇ ਆਪਣੇ ਆਪਣਾ ਜਿਨ੍ਹਾਂ ਨੇ ਯੋਗਦਾਨ ਪਾਇਆ, ਅੱਜ ਬਹਾਦਰ ਜੀ ਨੂੰ ਜਿਤਾ ਕੇ 10 ਵਾਰਡ ਦੇ ਵਿੱਚ ਇੱਥੇ ਕੌਂਸਲਰ 'ਚ ਭੇਜਿਆ। ਸੋ ਇਸੇ ਤਰੀਕੇ ਨਾਲ ਜਿਹੜੇ ਗਿਲੇ ਸ਼ਿਕਵੇ ਹੈਗੇ ਆ ਉਹ ਆਪਾਂ ਬੈਠ ਕੇ ਜਿਹੜੇ ਅਲੱਗ ਤੌਰ ਤੇ ਕੱਢੀਏ। ਮੈਂ ਇੱਕ ਤੁਹਾਨੂੰ ਲਾਸਟ 'ਚ ਬੇਨਤੀ ਕਰਨੀ ਹੈ, ਮੜ ਜਾਏ ਬੰਦ ਕਰ ਲਓ 1 ਮਿੰਟ। ਜੁਝਾਰੂ ਵਰਕਰ ਜਿਹੜੇ ਕਿ ਸਾਡੀ ਪਾਰਟੀ ਲਈ ਦਿਨ ਰਾਤ ਇੱਕ ਕਰਦੇ ਨੇ ਰੂੜਾ ਜੀ, ਉਹਨਾਂ ਨੂੰ ਇਹ ਵੱਡਾ ਅਹੁਦਾ ਦੇਣਾ ਹੈ। ਮੈਂ ਇਹਨਾਂ ਦਾ ਜੀ ਆਇਆਂ ਕਹਿੰਦਾ ਤੇ ਧੰਨਵਾਦ ਵੀ ਕਰਦਾ। ਤੇ ਬਾਕੀ ਇੱਥੇ ਅਸੀਂ ਸਾਰੇ ਸ਼ਹਿਰ ਦੀ ਕਰੀਮ ਬੈਠੀ ਹੈ ਪਾਰਟੀ ਦੀ। ਅੱਜ ਇੱਕ ਬਹੁਤ ਵੱਡੀ ਗੱਲ ਚਾਵਲਾ ਜੀ ਨੇ ਕਹਿਤੀ, ਪਰ ਚਾਵਲਾ ਜੀ ਮੈਂ ਦੱਸਣਾ ਚਾਹੁੰਦਾ, ਜਿਸ ਦਿਨ ਵੋਟਾਂ ਪਈਆਂ, ਮੈਨੂੰ 15 ਵੋਟਾਂ ਪਈਆਂ, ਉੱਥੇ ਸਾਡੀ ਪਾਰਟੀ ਬਾਜੀ ਖਤਮ ਹੋ ਚੁੱਕੀ ਸੀ। ਇਲੈਕਸ਼ਨ ਵਾਲੇ ਦਿਨ ਸਾਡੀ ਪਾਰਟੀ ਬਾਜੀ ਖਤਮ ਹੋ ਲਈ। ਅਸੀਂ ਬਿਲਕੁਲ ਬਹੁਤ ਵਧੀਆ ਮਾਹੌਲ 'ਚ ਹਾਊਸ 'ਚ ਬੈਠ ਕੇ ਕੰਮ ਕਰ ਰਹੇ ਹਾਂ। 2 ਅਕਾਲੀ ਵੀਰ ਹੈ, ਉਹ ਵੀ ਸਾਡੇ ਨਾਲ ਚੱਲਦੇ, ਕੋਈ ਇੱਦਾਂ ਨਹੀਂ, ਪਰ ਉਹਨਾਂ ਦੀ ਪਾਰਟੀ ਅਲੱਗ ਹੈ। ਬਾਕੀ ਅਸੀਂ 15 ਬੰਦੇ ਹਰ ਕਿਸੇ ਫੰਕਸ਼ਨ 'ਚ ਜਿੱਥੇ ਵੀ ਕਿਤੇ ਸਾਡਾ ਕੌਂਸਲ ਦਾ ਹੁੰਦਾ ਹੈ ਇਕੱਠੇ ਹੋ ਰਹੇ ਹਾਂ। ਇਲੈਕਸ਼ਨ ਦੇ ਵਖਰੇਵੇਂ ਥੋੜ੍ਹੇ ਜਿਹੇ ਸੀਗੇ, ਉਹ ਕੁਦਰਤੀ ਹੈ, ਉਹਨਾਂ ਨੂੰ ਕੜਵਾਹਟ ਨੂੰ ਥੋੜ੍ਹਾ ਟਾਈਮ ਲੱਗਦਾ। ਹੁਣ ਤਕਰੀਬਨ ਟਾਈਮ ਹੋ ਗਿਆ ਇਲੈਕਸ਼ਨ ਹੋਈ ਨੂੰ, ਕਈ ਮਹੀਨੇ ਲੰਘ ਗਏ ਤੇ 4-5 ਮਹੀਨੇ 'ਚ ਉਹ ਸਾਡੀ ਜਿਹੜੀ ਕੜਵਾਹਟ ਸੀਗੀ ਆਪਸ 'ਚ ਉਹ ਤਕਰੀਬਨ ਖਤਮ ਹੋ ਚੁੱਕੀ ਹੈ। ਤੇ ਬਹਾਦਰ ਜੀ ਭਰਾ ਮੇਰਾ ਗੋਲਡੀ ਜੀ ਨੇ, ਗੋਲਡੀ ਜੀ ਸਾਨੂੰ ਸਦਾ ਗਾਈਡ ਕਰਦੇ ਸਾਡੀ ਟੀਮ ਨੂੰ ਸਾਰੀ ਨੂੰ। ਅਸੀਂ ਉਮੀਦ ਵੀ ਕਰਦੇ ਉਹਨਾਂ ਕੋਲੋਂ ਕਿ ਜਿਵੇਂ ਉਹ ਸਾਨੂੰ ਦੱਸਦੇ ਨੇ ਚਲਾਉਂਦੇ ਅਸੀਂ ਚੱਲ ਰਹੇ ਉਹਨਾਂ ਮੁਤਾਬਕ। ਤੇ ਬਾਕੀ ਕੌਂਸਲਰ ਜਿੰਨੇ ਵੀ ਸਾਥੀ ਨੇ ਉਹ ਸਾਰੇ ਦਿਨ ਰਾਤ ਲੱਗੇ ਹੋਏ ਤੁਹਾਡੇ ਸ਼ਹਿਰ ਲਈ। ਕੋਸ਼ਿਸ਼ ਹੋਊਗੀ ਵੀ ਪਹਿਲੀਆਂ ਕੌਂਸਲਰਾਂ ਨੂੰ ਅਲੱਗ ਕਰਨ ਦਾ ਕੁਛ ਉਪਰਾਲਾ ਕਰਾਂਗੇ। ਉਹ ਤਾਂ ਜਿਹੜੀਆਂ ਸਾਡੀਆਂ 2 ਮੀਟਿੰਗਾਂ ਹੋਈਆਂ ਇੰਨੇ ਜ਼ਿਆਦਾ ਪੋਜ਼ਿਟਿਵ ਮਾਹੌਲ 'ਚ ਹੋਈਆਂ ਵੀ ਅੱਜ ਤੋਂ ਪਹਿਲਾਂ ਕਰਾਲੀ 'ਚ ਕਹਿੰਦਾ ਇੱਦਾਂ ਦੇ ਮਾਹੌਲ 'ਚ ਮੀਟਿੰਗਾਂ ਨਹੀਂ ਹੋਈਆਂ ਜਿਵੇਂ ਅਸੀਂ ਇਕੱਠੇ ਹੋ ਰਹੇ ਹਾਂ। ਇਕੱਠੇ ਹੋਣ ਨਾਲੇ ਇੱਕ ਮੁੱਠੀ ਬਣਨ ਨਾਲੇ ਸ਼ਹਿਰ 'ਚ ਅਸੀਂ ਕੋਈ ਕੰਮ ਕਰ ਸਕਦੇ ਹਾਂ, ਜਿਹੜਾ ਕਿ ਤਕਰੀਬਨ ਅਸੀਂ 99% ਬਣ ਚੁੱਕੇ ਹਾਂ। ਜੇ ਕੋਈ ਮਾੜਾ ਮੋਟਾ ਕਿਸੇ ਦੇ ਮਨ 'ਚ ਹੈਗਾ ਉਹ ਵੀ ਅਸੀਂ ਜਲਦੀ ਦੂਰ ਕਰ ਲਾਂਗੇ। ਤੇ ਮੈਂ ਫੇਰ ਦੁਬਾਰੇ ਸੇਵਾ ਦਲ ਦੀ ਲੀਡਰਸ਼ਿਪ ਜਿਹੜੀ ਸਾਡੇ ਰੂੜਾ ਜੀ ਨੂੰ ਬਹੁਤ ਮਿਹਨਤੀ ਵਰਕਰ ਨੂੰ ਅਹੁਦਾ ਦੇਣਾ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਕਾਂਗਰਸ ਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇੱਕ ਬਹੁਤ ਵੱਡਾ ਹੋਣ ਦਾ ਸੁਪਨਾ ਲਿਆ ਸੀ ਔਰ ਅੱਜ ਵੀ ਉਹ ਉਸ ਬੂਟੇ ਦੇ ਨਾਲ ਜੁੜੇ ਹੋਏ ਹਨ। ਔਰ ਜਿਨ੍ਹਾਂ ਨੇ ਆਪਣੇ ਨਗਰ ਦੀ, ਸਾਡੇ ਨਗਰ ਚਨਾਲੋਂ ਦੀ ਅੱਜ ਵਾਰਡ ਨੰਬਰ 10 ਸਾਡੇ ਸ਼ਹਿਰ ਦੇ ਵਿੱਚ ਆ ਗਿਆ ਹੈ ਜੀ। ਇਹਨਾਂ ਨੇ ਉੱਥੇ ਸਰਪੰਚੀ ਵੀ ਕੀਤੀ ਔਰ ਮਿਊਨਿਸਪਲ ਕੌਂਸਲਰ ਵੀ ਬਣੇ। ਔਰ ਅੱਜ ਤੁਸੀਂ ਇਹਨਾਂ ਨੂੰ ਜਿਹੜਾ ਵੀ ਇਹ ਅਹੁਦਾ ਐਡਾ ਵੱਡਾ ਤੁਸੀਂ ਕਾਂਗਰਸ ਪਾਰਟੀ ਦਾ ਦੇਣ ਜਾ ਰਹੇ ਹੋ, ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ। ਔਰ ਮੈਂ ਰੂੜਾ ਜੀ ਨੂੰ ਵੀ ਵਧਾਈ ਦਿੰਦਾ ਹਾਂ। ਗੱਲ ਚੱਲੀ ਹੈ, ਸਾਡੇ ਸਾਰੇ ਹੀ ਲੀਡਰ ਸਾਹਿਬਾਨਾਂ ਨੇ ਗੱਲ ਕੀਤੀ ਹੈ ਪੰਜਾਬ ਦੀ ਕਾਂਗਰਸ ਦੇ ਬਾਰੇ, ਸਰਕਾਰ ਦੇ ਬਾਰੇ। ਕੁਝ ਕਮੀਆਂ, ਕੁਝ ਖਾਮੀਆਂ ਸਰਕਾਰ ਦੇ ਵਿੱਚ ਰਹਿ ਗਈਆਂ ਸੀ, ਜਾਂ ਉਹਨਾਂ ਨੂੰ ਆਪਾਂ ਨੇ ਸਾਰਿਆਂ ਨੇ ਰਲ ਕੇ, ਆਪਾਂ ਪਾਰਟੀ ਵਰਕਰਾਂ ਨੇ ਗਰਾਊਂਡ ਰੂਟ ਤੋਂ ਜਿਹੜੇ ਆਪਾਂ ਜੁੜੇ ਹੋਏ ਆ, ਆਪਾਂ ਆਪਣੇ ਅਹੁਦੇਦਾਰ ਸਾਹਿਬਾਨਾਂ ਨੂੰ ਕਹਿ ਕੇ ਅੱਗੇ ਸਾਡੀ ਗੱਲ ਪਹੁੰਚਾਉਣਗੇ। ਔਰ ਮੈਂ ਆਸ ਕਰਦਾ ਹਾਂ ਕਿ ਜਿਹੜੀ ਅਗਲੀ ਸਰਕਾਰ ਹੈ 2022 ਦੀ, ਉਹ ਵੀ ਸਾਡੀ ਕਾਂਗਰਸ ਦੀ ਬਣਨੀ ਹੈ। ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਾਂਗਰਸ ਜਮਾਤ ਇੱਕ ਸਾਡੇ ਦੇਸ਼ ਦੀ ਐਡੀ ਵੱਡੀ ਜਮਾਤ ਹੈ ਕਿ ਜਿਹੜੀ ਅੱਜ ਸਾਡਾ ਸਾਰਾ ਦੇਸ਼ ਕਾਂਗਰਸ ਪਾਰਟੀ ਨੂੰ, ਸਾਡੀ ਨੂੰ ਇਹ ਗੱਲ ਤੋਂ ਬਹੁਤ ਖਫਾ ਹੈ ਕਿ ਅੱਜ ਜੇ ਸਾਡੀ ਕਾਂਗਰਸ ਹੁੰਦੀ ਤਾਂ ਅੱਜ ਕਿਸਾਨਾਂ ਦਾ ਇਹ ਹਾਲ ਨਾ ਹੁੰਦਾ। ਔਰ ਜੋ ਅੱਜ ਕਿਸਾਨ ਸਾਡੇ ਧਰਨਿਆਂ 'ਚ, ਸੜਕਾਂ 'ਤੇ, ਧੁੱਪ ਦੇ ਵਿੱਚ, ਠੰਡ ਦੇ ਵਿੱਚ ਬੈਠੇ ਹਨ, ਮਜਬੂਰ ਹਨ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਭਾਜਪਾ ਦੀ ਸਰਕਾਰ ਨਹੀਂ ਕਰ ਰਹੀ, ਅੱਜ ਉਸ ਦਾ ਖਾਮਿਆਜ਼ਾ ਸਾਡੀ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਨਹੀਂ ਹੈ ਉਹਦਾ ਅਸੀਂ ਭੁਗਤ ਰਹੇ ਹਾਂ। ਔਰ ਜਿਹੜੀ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੀ ਪੰਜਾਬ ਦੇ ਵਿੱਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ। ਅਸੀਂ ਬਹੁਤ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ।
ਔਰ ਅਸੀਂ ਇਹਨੂੰ ਦੁਬਾਰਾ ਰਿਪੀਟ ਵੀ ਕਰਨਾ, ਰਿਪੀਟ ਹੋਣੀ ਵੀ ਹੈ। ਕੋਈ ਵੀ ਖੇਤਰੀ ਪਾਰਟੀ ਹੋਵੇ, ਚਾਹੇ ਕੋਈ ਵੀ ਖੱਬੀ ਸੱਜੀ ਪਾਰਟੀ ਹੋਵੇ, ਸਾਡੀ ਪਾਰਟੀ ਨਾਲ ਕਿਸੇ ਦਾ ਕੋਈ ਮੇਲ ਨਹੀਂ ਹੈ। ਸਾਡਾ ਵਰਕਰ ਇਕਜੁੱਟ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਉਣ ਵਾਲੀ 2022 ਦੇ ਇਲੈਕਸ਼ਨ ਵਿੱਚ ਕਾਂਗਰਸ ਪਾਰਟੀ ਦਾ ਸਾਥ ਦਿਓ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਏ ਹੋਏ ਬਹੁਤ ਖੁਸ਼ੀ ਦੀ ਗੱਲ ਹੈ। ਔਰ ਪ੍ਰਦੀਪ ਕੁਮਾਰ ਰੂੜਾ ਜੀ ਵਰਗੇ ਜੋ ਟਕਸਾਲੀ ਕਾਂਗਰਸੀ ਹੈ, ਉਹ ਮੈਂ ਸਮਝਦਾ ਕਿ ਕਾਂਗਰਸ ਦੀ ਗ੍ਰਾਸ ਰੂਟ ਲੈਵਲ ਨੂੰ ਸਮਝਦੇ ਵੀ ਪਾਰਟੀ ਕਿਵੇਂ ਚੱਲਦੀ ਹੈ ਔਰ ਪਾਰਟੀ ਲਈ ਕੰਮ ਕਿਵੇਂ ਕੀਤਾ ਜਾਂਦਾ। ਸਰ, ਜਿਹੜੀ ਹਲਕੇ ਦੇ ਵਿੱਚ ਕਾਂਗਰਸ ਦੀ ਗੁੱਟਬਾਜ਼ੀ ਹੈ, ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਹੈ ਅਗਲਾ ਪਲੇਟਫਾਰਮ ਸੈੱਟ ਕਰੋਗੇ? ਜਿਹੜੀ ਗੁੱਟਬਾਜ਼ੀ ਹੈ ਉਹਦਾ ਕਾਰਨ ਤੁਸੀਂ ਸਾਰੇ ਜਾਣਦੇ ਹੋ। ਮੈਂ ਥੋੜ੍ਹਾ ਜਿਹਾ ਚਾਨਣਾ ਪਾਉਂਦਾ ਵੀ ਜੋ ਬੰਦਿਆਂ ਦੀ ਕੋਈ ਪਹਿਚਾਣ ਨਹੀਂ ਹੁੰਦੀ ਉਹਨਾਂ ਨੂੰ ਨੇੜੇ ਲਾਇਆ ਜਾਂਦਾ, ਜਿਨ੍ਹਾਂ ਦੇ ਕੋਈ ਫੋਲੋਇੰਗ ਹੁੰਦੀ ਹੈ ਉਹਨਾਂ ਨੂੰ ਦੂਰ ਕੀਤਾ ਜਾਂਦਾ। ਇਹ ਗੁੱਟਬਾਜ਼ੀ ਦਾ ਬਹੁਤ ਵੱਡਾ ਕਾਰਨ ਹੈ। ਪਾਰਟੀ ਨੂੰ ਮਜ਼ਬੂਤ ਕਰਨ ਲਈ ਬੜੀ ਇੱਕ ਅਹਿਮ ਰੋਲ ਪਲੇ ਕਰਦੀ ਹੈ। ਉਹਦੀਆਂ ਬ੍ਰਾਂਚਿਸ ਹੈ, ਗੁੱਟ ਹੈ ਨਾ, ਜਿਹੜੇ ਗਰੁੱਪਸ ਹੈ, ਉਹ ਪਾਰਟੀ ਦੀਆਂ ਬ੍ਰਾਂਚਿਸ ਹੈ। ਉਹ ਬੇਸਿਕਲੀ ਦਾ ਪਾਰਟੀ ਨਾਲ ਜੁੜੇ ਹੋਏ ਸਾਰੇ, ਕਾਂਗਰਸ ਸਾਈਡ ਨਾਲ ਜੁੜੇ ਹੈ। ਕੋਈ ਵੀ ਪਾਰਟੀ ਇਸ ਗੱਲ ਤੋਂ, ਇਸ ਗਰੁੱਪਿਜ਼ਮ ਤੋਂ ਕੋਈ ਵਾਂਝੀ ਨਹੀਂ ਹੈਗੀ। ਸਾਰੀਆਂ ਪਾਰਟੀਆਂ ਦੀ ਗਰੁੱਪਿਜ਼ਮ ਹੈ, ਗਰੁੱਪਿਜ਼ਮ ਹੀ ਸਟਰੈਂਥ ਹੈ। ਜੀ ਰਾਣਾ ਜੀ ਨੇ, ਕਾਲੀਆ ਜੀ ਨੇ, ਸਾਰਿਆਂ ਨੇ ਦੱਸ ਹੀ ਦਿੱਤਾ ਹੈ। ਕੋਈ ਦੱਸਣ ਦੀ ਕੋਈ ਗੱਲ ਬਾਕੀ ਤਾਂ ਰਹਿ ਨਹੀਂ ਗਈ। ਇਹ ਜਦੋਂ ਵੀ ਇਲੈਕਸ਼ਨ ਹੁੰਦੀ ਹੈ, ਟਾਈਮ ਟੂ ਟਾਈਮ ਹੁੰਦੀ ਹੈ। ਹੁਣ ਵੀ ਐਮਸੀ ਦੀ ਇਲੈਕਸ਼ਨ ਹੋ ਕੇ ਹਟੀ ਹੈ, ਹੁਣ ਅੱਗੇ ਨੂੰ ਐਮਐਲਏ ਦੀ ਇਲੈਕਸ਼ਨ ਆ ਰਹੀ ਹੈ। ਜੋ ਵਾਅਦੇ ਸਰਕਾਰ ਨੇ ਕਰੇ ਆ ਉਹਨਾਂ ਬਾਰੇ ਲੋਕ ਪੁੱਛਦੇ ਜ਼ਰੂਰ ਹੈ। ਜੋ ਆਪਣੇ ਕੈਪਟਨ ਸਾਹਿਬ ਨੇ ਕਰੇ ਆ, ਘਰ ਘਰ ਨੌਕਰੀ, ਤੇ ਹੋਰ ਬਾਕੀ ਜੋ ਵੀ ਗੁਟਕਾ ਸਾਹਿਬ ਚੱਕ ਕੇ ਸੌਂਹਾਂ ਖਾਧੀਆਂ, ਸਾਰਾ ਕੁਝ ਇਹ ਲੋਕ ਸਵਾਲ ਕਰਦੇ ਆ। ਤੇ ਸਰਕਾਰ ਨੂੰ ਚਾਹੀਦਾ ਹੈ ਵੀ ਪੂਰਾ ਉਤਰਨਾ ਚਾਹੀਦਾ ਹੈ। ਨੌਕਰੀ, ਬੱਚਿਆਂ ਨੂੰ ਰੁਜ਼ਗਾਰ ਹੈ, ਜ਼ਰੂਰੀ ਹੈ। ਤੇ ਬਾਕੀ ਸਾਰਾ ਕੁਝ ਇਹਨਾਂ ਨੇ ਕਹਿ ਦਿੱਤਾ, ਮੈਂ ਹੋਰ ਕੁਝ ਕਹਿਣਾ ਨਹੀਂ ਚਾਹੁੰਦੀ। ਸਾਰਿਆਂ ਦਾ ਇੱਥੇ ਸਰ, ਆਪਣਾ ਨਾਮ ਕੀ ਹੈ ਜੀ ਤੇ ਕੀ ਡੈਜ਼ਿਗਨੇਸ਼ਨ ਹੈ? ਅੱਜ ਤੁਸੀਂ ਪ੍ਰਦੀਪ ਅਰੋੜਾ ਜੀ ਨੂੰ ਕਿਹੜਾ ਅਹੁਦਾ ਦਿੱਤਾ ਜੀ? मैं ठाकुर बलविंदर सिंह संभयाल, सेक्रेटरी ऑल इंडिया कांग्रेस सेवा दल, इंचार्ज पंजाब प्रदेश। आज यहाँ कुराली में हमें हमारे अध्यक्ष जहाँ के प्रदीप अरोड़ा जी ने बुलाया है। और वैसे भी पंजाब के अंदर हमारा पूरे ज़िलों के अंदर निर्मल सिंह कैडा जी की नेतृत्व में, सुभाष भार्गव जी के नेतृत्व में हम हर ज़िले में जा रहे हैं। तो उसी की एक कड़ी थी आज कुराली के अंदर हमारे कांग्रेस सेवा दल की एक मीटिंग थी। और हमारा एक ही मकसद है, पंजाब के अंदर श्री लालजी देसाई जी का, राहुल गांधी जी का, श्रीमती सोनिया गांधी और हाईकमान का एक मैसेज लाना। कांग्रेस एकजुट थी, है और आगे करना कांग्रेस सेवा दल का ये मेन मकसद है। और मोहाली के अंदर और ज़्यादा मजबूत हो, उसके लिए एक लोकसभा का हम ट्रेनिंग कैंप जो है 5 दिन का लगाने जा रहे हैं, जिसकी शुरुआत कपूरथला से हमने 24 तारीख का लोकसभा ट्रेनिंग कैंप जो है हमने लगाने जा रहे हैं। आज यहाँ मुझे बड़ी खुशी हुई कि जहाँ का जितना भी सीनियर कांग्रेस नेता हैं, हमारे काउंसलर हैं, चेयरमैन हैं कमेटी के और जनरल सेक्रेटरी हैं पीसीसी के, सब एकजुट होकर कांग्रेस के हित में इन्होंने एक मत दिया और कांग्रेस सेवा दल को मजबूत बनाने के लिए इन्होंने सहयोग दिया। और आगे आने वाले कोई भी कार्यक्रम होंगे, इन्होंने ये कहा कि हम आपके साथ हैं। मैं इनका बहुत धन्यवादी हूँ। और ये जो मैसेज है ज़रूर हाई कमांड तक मैं पहुँचाऊँगा कि मुझे अगर कहीं डिसिप्लिन या मजबूती ग्राउंड लेवल पे दिखी, वो कुराली के अंदर मिली। ये सब नेता हमारे एक साथ इकट्ठे हैं, तो ये हमारा एक मकसद था। और तंजीम को मजबूत करना, जैसे हमारे प्रदीप जी ने कहा कि एक स्ट्रक्चर जो है हमारी कांग्रेस सेवा दल का, उसको रीऑर्गेनाइज करना, उसकी जो जिम्मेवारी है दोबारा और दोबारा हमने प्रदीप जी को दी है। आप ही के लोगों ने कहा कि प्रदीप जी को टिकट नहीं मिली, वो फिर भी कार्य कर रहे हैं कांग्रेस के लिए।
और पॉजिटिविटी के साथ जहां काम कर रहे हैं। तो ये हमें बड़ी खुशी होती है कि ऐसे कार्यकर्ता कहीं मिलना बड़े दुर्लभ है और किसी पार्टी में, सिवाय कांग्रेस और कांग्रेस सेवा दल के अंदर। ਖਰੜ ਹਲਕੇ ਦੇ ਵਿੱਚ ਸਰ ਤੁਸੀਂ ਮੀਟਿੰਗ ਕੀਤੀ ਹੈ, ਖਰੜ ਹਲਕੇ ਦੇ ਇੰਚਾਰਜ ਜਗਮੋਹਨ ਸਿੰਘ ਕਾਂਗਰਸ ਦੇ ਵਿੱਚ ਅੱਜ ਸ਼ਾਮਿਲ ਨਹੀਂ ਹੋਏ। देखिए, किसी तरह से कोई मैसेज उनको मिला या मिसकम्युनिकेशन हुई। रात को हमारा प्रोग्राम बना, क्योंकि हमारे जो अध्यक्ष थे यह बाहर थे, लेकिन हमने कार्यक्रम शुरू किया था। उसी की कड़ी में आज रात को जहां पहुंचे, कल मैं चंडीगढ़ में जा रहा हूं, तो उन्होंने कहा कि आज क्यों ना गुफ्तगू हमारी मीटिंग हो जाए। तो नेक्स्ट मीटिंग हम जो करने जा रहे हैं उनको ज़रूर इनविटेशन देंगे, हमारे प्रदीप जी भी देंगे, हमारे अध्यक्ष जी भी देंगे, उपाध्यक्ष जी भी देंगे। ये चीज़ कोई ज़्यादा मैटर नहीं करती। ਡਿਸਪਲਿਨ ਦੀ ਗੱਲ ਕੀਤੀ ਹੈ, ਡਿਸਪਲਿਨ ਦੀ ਗੱਲ ਕੀਤੀ ਹੈ ਕਿ ਅੱਜ ਇੱਥੇ ਡਿਸਪਲਿਨ ਦੇਖਣ ਦੇ ਵਿੱਚ ਮਿਲਿਆ, ਲੇਕਿਨ ਅੱਜ ਦੀ ਮੀਟਿੰਗ ਦੇ ਵਿੱਚ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਦੀ ਵੀ ਗੱਲ ਕਹੀ गई है। नहीं, इस तरह का कोई इस्तीफा देने की बात नहीं कही गई है। गिले शिकवे होते हैं, होने भी चाहिए। जहां हमारी कांग्रेस पार्टी के अंदर डेमोक्रेसी है और किसी पार्टी में इतनी हिम्मत नहीं है कार्यकर्ता जो बात कहे। और मोदी जी कल ही उसी के घर बंदूकें वाले भेज के, गोलियां वाले भेज के मरवा देते हैं और थाने में और ईडी के, सीबीआई के रेड मरवा के उनको केस डाल देते हैं। ये हमारी कांग्रेस पार्टी का कल्चर है, जो कांग्रेस पार्टी की मीटिंग है, इसमें सब कार्यकर्ता को इनर डेमोक्रेसी राइट है, ये फंडामेंटल राइट है हमारा। ਸਰ ਕਾਰਜਕਰਤਾ ਮਨਪ੍ਰੀਤ ਸਿੰਘ ਬਾਦਲ ਬਾਰੇ ਵੀ ਬੋਲਦੇ ਹੋਏ ਨਜ਼ਰ ਆਏ ਤੇ ਹੋਰ ਵੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬਾਰੇ ਵੀ ਬੋਲਦੇ ਨਜ਼ਰ ਆਏ। ਸਰ ਕੀ ਗੱਲ ਕਾਂਗਰਸ ਦੇ ਵਿੱਚ ਕਾਂਗਰਸੀ ਵਰਕਰ ਇਸ ਵਕਤ ਦੁਖੀ है ਜਿਹੜਾ ਆਪਣੀ ਪੜਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਜਦੋਂ ਤੁਸੀਂ मीटिंग 'ਚ ਪੁੱਛੇ? देखिए, कोई भी इस तरह का कोई दुखी नहीं है। आज आप एकजुट सबसे पूछ लो, कोई है, कोई दुखी है, कोई इस तरह का है। हम वो हैं, अपने को सुधारते हैं, अपने को क्रिटिसाइज करके अपने को सुधारते हैं। लेकिन जब कोई बाहर से करता है, हम इकट्ठे होकर टूट पड़ते हैं। जो इन्होंने एश्योरेंस दी है। ਉਰੇ ਸਰ ਖਰੜ ਹਲਕੇ ਦੀ ਗੱਲ ਕਰੀਏ ਤਾਂ ਦੋ ਜਗ੍ਹਾ ਦੇ ਉੱਤੇ ਨਗਰ ਕੌਂਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕਬਜ਼ਾ ਕੀਤਾ ਹੈ ਤੇ ਕਿਤੇ ਨਾ ਕਿਤੇ ਗੁੱਟਬੰਦੀ ਜਿਹੜੀ ਕਾਂਗਰਸ ਦੀ ਆ ਉਹ ਇਸ ਦਾ ਰੀਜਨ ਬਣ ਕੇ ਸਾਹਮਣੇ ਨਿਕਲੀ ਹੈ। ਕਿ ਮੰਨਦੇ ਹੋ ਕਿ ਕਾਂਗਰਸ ਦਾ ਜਿਹੜਾ ਦੁਫਾੜ ਆ ਉਹੀ ਉਹਨਾਂ ਨੂੰ ਹਰਾਉਣ ਦਾ ਰੀਜਨ ਬਣ ਰਿਹਾ? देखिए, हो सकता है दो फाड़ की वजह से, जहां हमारे कांग्रेस की आपस की गुटबाजी से कांग्रेस को कांग्रेस वाले ही कमज़ोर कर सकते हैं। दल बदलू, जहां लोक दल, जहां ये आपकी अकाली दल या बीजेपी वाले हमें कमज़ोर नहीं कर सकते। उसको सुधार लिया जाएगा, उसके लिए हम कैंप लगा रहे हैं। और नेक्स्ट आप देख लेना स्टेप, वहाँ पे आपको कांग्रेस एक साथ इकट्ठी मिलेगी। ਜਦੋਂ ਨਗਰ ਕੌਂਸਲ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ ਤੇ ਜਿਹੜਾ ਐਮਐਲਏ ਦੀ ਇਲੈਕਸ਼ਨ ਆਣੀ ਹੈ ਕਿ ਉਹਦੇ 'ਚ ਇਕੱਠੇ ਹੋ ਜਾਣਗੇ? बिल्कुल हो जाएंगे, बिल्कुल हो जाएंगे। ये हम इसीलिए तो हम कांग्रेस सेवा दल का यही तो मेन काम है कि कांग्रेस सेवा दल जो है गांव-गांव तक जाए, जिले तक जाए, बूथ लेवल तक जाए। आज वो अगर हमारे से बैठते हैं, कल उनकी आप देख लेना सोच, जो भी कांग्रेस का कार्यकर्ता है, चाहे काउंसलर है, म्यूनसिपल है, किसी भी तरह का, वो चेंज होगा। धन्यवाद। कैंप का थीम पूछा जी, हमारा जो थीम है, जो एम्स एंड ऑब्जेक्टिव्स हैं, और आरएस ने जो हमारे से स्टोलन किए हुए स्लोगन, जैसे आपने कहा राष्ट्रीय गान से आपका शुरू होता है। राष्ट्रीय गान नहीं होता, राष्ट्रीय गीत से हमारी मीटिंग शुरू होती है, राष्ट्रीय गान पे ख़त्म होती है। और हमारा जो कैंप होता है वो ध्वज गान से शुरू होता है, ध्वज बंधन से शुरू होता है और कंक्लूड होता है हमारा ध्वज उतारने पे। ये जो राष्ट्रीय गीत है या गान है, ये आरएसएस ने हमारे से चुराया है, हमने नहीं दिया। हमारी पहले से सेवा दल जो है बनी थी, उसके बाद ये बनी है हमें देके। हमारी कापी इन्होंने डिटो कापी की है। रही बात इसका जो थीम है, हम नेशन बिल्डिंग, नेशन सर्व करते हैं, नेतृत्व बिल्डर लीडरशिप डेवलप करते हैं। और हमारी जो एक मेन जो रहती है डाउन ट्रोडन, जो पुअर जिसको हम कहते हैं, उसको हम उनकी सर्व करते हैं। इन्वायरमेंट की, देश के इन्वायरमेंट की हम वो करते हैं। और सबसे बड़ी बात ये है कि ब्रदरहुड जो हमारे कैंप में होता है, भाईचारा, उसको हम बनाने के लिए ये कैंप लगाते हैं। ये हमारा एम्स एंड ऑब्जेक्टिव्स है। ਕੀ ਨਾਮ ਹੈ ਜੀ ਤੇ ਕੀ ਡੈਜ਼ਿਗਨੇਸ਼ਨ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਸੁਭਾਸ਼ ਭਾਰਗਵ, ਵਾਈਸ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ, ਇੰਚਾਰਜ ਮਾਝਾ ਦੁਆਬਾ ਜ਼ੋਨ ਕਾਂਗਰਸ ਸੇਵਾ ਦਲ। ਸਰ ਜਿਹੜੇ ਟ੍ਰੇਨਿੰਗ ਕੈਂਪ ਲਾਉਣ ਦੀ ਗੱਲ ਕੀਤੀ ਗਈ ਹੈ, ਉਹਦੇ ਵਿੱਚ ਕੀ ਸਿਖਲਾਈ ਦਿੱਤੀ ਜਾਵੇਗੀ?
ਦੇਖੋ, ਜਿਹੜਾ ਕਾਂਗਰਸ ਸੇਵਾ ਦਲ ਦਾ ਟ੍ਰੇਨਿੰਗ ਕੈਂਪ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕਲਚਰ, ਕਾਂਗਰਸ ਪਾਰਟੀ ਦਾ ਇੱਕ ਸਿਪਾਹੀ ਤਿਆਰ ਕੀਤਾ ਜਾਂਦਾ ਹੈ। ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਕਾਂਗਰਸ ਸੇਵਾ ਦਲ ਹੈ ਇਹ ਫਰੰਟੀਅਰ ਆਰਗੇਨਾਈਜੇਸ਼ਨ ਹੈ ਕਾਂਗਰਸ ਪਾਰਟੀ ਦੀ, ਜਿਹੜੀ ਕਿ ਗ੍ਰਾਸ ਰੂਟ ਦੇ ਉੱਤੇ ਜਾ ਕੇ ਮਤਲਬ ਕਿ ਜ਼ਿਲ੍ਹੇ ਤੋਂ ਲੈ ਕੇ ਬਲਾਕ ਤੋਂ ਵਾਰਡ ਤੋਂ ਬੂਥ ਲੈਵਲ ਤੇ ਜਾ ਕੇ ਇੱਕ ਕਾਰਜਕਰਤਾ ਨੂੰ ਤਿਆਰ ਕਰਦੀ ਹੈ, ਔਰ ਤਿਆਰ ਕਰਨ ਤੋਂ ਬਾਅਦ ਉਸ ਨੂੰ ਮੁੱਢਲੀ ਟ੍ਰੇਨਿੰਗ ਦੇਣ ਵਾਸਤੇ ਕਾਂਗਰਸ ਸੇਵਾ ਦਲ ਦਾ ਕੈਂਪ ਲਗਾਇਆ ਜਾਂਦਾ ਹੈ। ਸਰ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਆਮ ਪਬਲਿਕ ਹੈ ਉਹ ਕੈਂਪਾਂ ਦੇ ਵਿੱਚ ਵੀ ਜਿਹੜੀ ਸ਼ਮੂਲੀਅਤ ਕਰੇਗੀ? ਬਿਲਕੁਲ ਕਰੇਗੀ, ਕਿਉਂਕਿ ਕਾਂਗਰਸ ਸੇਵਾ ਦਲ ਦਾ ਇੱਕ ਸਾਡੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਸ਼੍ਰੀ ਲਾਲਜੀ ਦੇਸਾਈ ਜੀ ਇੱਕ 6 ਸੂਤਰੀ ਕਾਰਜਕ੍ਰਮ ਉਹਦੇ ਵਿੱਚ ਲੈ ਕੇ ਆਏ ਆ, ਜਿਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹੈ ਰਾਸ਼ਟਰ ਨਿਰਮਾਣ। ਕਿਉਂਕਿ ਜਦੋਂ ਕੋਈ ਵਿਅਕਤੀ ਜਦ ਤੱਕ ਦੇਸ਼ ਭਾਵਨਾ ਦੇ ਨਾਲ ਨਹੀਂ ਜੁੜਦਾ, ਜਦ ਤੱਕ ਉਹਦੇ ਅੰਦਰ ਇੱਕ ਰਾਸ਼ਟਰੀਅਤਾ ਉਹਦੇ ਅੰਦਰ ਪੈਦਾ ਨਹੀਂ ਹੁੰਦੀ, ਤਦ ਤੱਕ ਉਹ ਵਿਅਕਤੀ ਕੋਈ ਵਧੀਆ ਇਨਸਾਨ ਨਹੀਂ ਬਣ ਸਕਦਾ। ਸਭ ਤੋਂ ਪਹਿਲਾਂ ਦੇਸ਼ ਦੇ ਪ੍ਰਤੀ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਸਾਡਾ ਜਿਹੜਾ ਕਾਂਗਰਸ ਸੇਵਾ ਦਲ ਹੈ ਰਾਸ਼ਟਰ ਨਿਰਮਾਣ ਦੇ ਤਹਿਤ ਇੱਕ ਸੂਤਰੀ ਕਾਰਜਕ੍ਰਮ ਨੰਬਰ 2 ਦੇ ਉੱਤੇ ਸੰਗਠਨ ਨਿਰਮਾਣ, ਜੇ ਰਾਸ਼ਟਰ ਨਿਰਮਾਣ ਹੋਏਗਾ ਤਾਂ ਹੀ ਅਸੀਂ ਸੰਗਠਨ ਵੱਲ ਜਾ ਸਕਦੇ ਹਾਂ। ਇਸੇ ਤਰ੍ਹਾਂ ਅੱਗੇ ਆਪਣਾ ਲੀਡਰਸ਼ਿਪ ਬਿਲਡ ਕਰਨ ਵਾਸਤੇ ਅੱਗੇ ਸੰਗਠਨ ਨਿਰਮਾਣ ਚੱਲਦਾ ਹੈ। ਉਹਦੇ ਨਾਲ ਸਾਡਾ ਐਡਮਿਨਿਸਟ੍ਰੇਸ਼ਨ ਇੱਕ ਤੀਸਰੇ ਨੰਬਰ ਤੇ ਆ ਜਾਂਦਾ ਹੈ। ਫਿਰ ਸਾਡਾ ਸੋਸ਼ਲ ਮੀਡੀਆ ਆਪਣੇ ਉਹਦੇ ਨਾਲ ਨੇਤਰਤਵ ਨਿਰਮਾਣ ਕਰਨਾ ਹੈ। ਇਹ 6 ਸੂਤਰੀ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਕਾਂਗਰਸ ਸੇਵਾ ਦਲ ਦਾ ਬੇਸ ਜਿਹੜਾ ਆ ਉਹ ਵਰਕਰ ਦਾ ਤਿਆਰ ਕਰਦੇ ਔਰ ਵਰਕਰ ਨੂੰ ਤਿਆਰ ਕਰਕੇ ਕਾਂਗਰਸ ਪਾਰਟੀ ਲਈ ਉਹਨੂੰ ਅੱਗੇ ਲਿਆਂਦਾ ਜਾਂਦਾ। ਸਰ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਕਦੋਂ ਕੈਂਪ ਲੱਗੇਗਾ? ਇਹ ਅੱਜ ਅਸੀਂ ਪ੍ਰੋਗਰਾਮ ਰੱਖਿਆ ਹੈ। ਇਹ ਹੁਣ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਰੂਰਾ ਜੀ, ਉਹ ਆਪਣੀ ਸਾਰੀ ਜਿਹੜੀ ਅੱਜ ਕਰੀਮ ਇਹਨਾਂ ਦੀ ਬੈਠੀ ਹੈ ਟੀਮ, ਸਾਡੇ ਚੇਅਰਮੈਨ ਸਾਹਿਬ ਵੀ ਆਏ, ਨਗਰ ਕੌਂਸਲ ਦੇ ਜਨਰਲ ਸੈਕਟਰੀ PPCC ਬੈਠੇ ਨੇ, ਔਰ ਹੋਰ ਵੀ ਬਹਾਦਰ ਜੀ ਬੈਠੇ, ਸਾਰੇ ਕੌਂਸਲਰ ਸਰਪੰਚ ਪੰਚ ਸਾਹਿਬਾਨ ਸਾਰੇ ਬੈਠੇ ਆ, ਸਾਰੇ ਮਿਲ ਕੇ ਰੂਪਰੇਖਾ ਸਾਨੂੰ ਦੇਣਗੇ, ਉਹਦੇ ਅਨੁਸਾਰ ਅਸੀਂ ਅੱਗੇ ਚੱਲਾਂਗੇ। ਸਰ ਜਿਹੜਾ ਇਹ ਕੈਂਪਾਂ ਦਾ ਖਰਚ ਹੈ ਉਹ ਕੌਣ ਕਰੇਗਾ ਜੀ? ਇਹ ਜਿਹੜਾ ਖਰਚਾ ਹੈ ਦੇਖੋ ਉਹਦੇ ਵਿੱਚ ਸਾਰੇ ਮਿਲ ਕੇ ਇਕੱਠੇ ਹੋ ਕੇ ਕਰਦੇ ਆ, ਜਿਹਦੇ ਵਿੱਚ ਰਾਸ਼ਟਰ ਲੈਵਲ ਤੋਂ ਜਿਹੜੀ ਸਾਡੀ ਪਾਰਟੀ ਹੈ ਉਹ ਸਾਨੂੰ ਸਾਰੀ ਸਪੋਰਟ ਕਰਦੀ ਹੈ। ਲੇਕਿਨ ਜਿਹੜਾ ਖਰਚਾ ਹੈ ਜਿੱਦਾਂ ਮੰਨ ਲਓ ਵੀ ਕੁਝ ਪਾਰਟੀ ਦੇ ਲੋਕ ਹੁੰਦੇ ਆ, ਕੁਝ ਜਿਹੜੇ ਆ ਸੋਸ਼ਲ ਲੋਕ ਜਿਹੜੇ ਆ ਸਮਾਜ ਸੇਵਾ ਦੇ ਨਾਲ ਜੁੜੇ ਹੁੰਦੇ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਇੱਕ ਅੱਛਾ ਕੰਮ ਕਰਨ ਜਾ ਰਹੇ ਆ, ਕਿ ਲੋਕਾਂ ਨੂੰ ਅੱਛੀ ਚੀਜ਼ ਦੇ ਰਹੇ, ਜਦੋਂ ਇਹ ਤੁਸੀਂ ਕੈਂਪ ਲੱਗੂਗਾ ਉਦੋਂ ਤੁਸੀਂ ਦੇਖੋਗੇ ਕਿ ਕੈਂਪ ਹੁੰਦਾ ਕੀ ਹੈ ਔਰ ਇਹਦੀ ਰੂਪਰੇਖਾ ਕੀ ਹੁੰਦੀ ਹੈ। ਮਤਲਬ ਆਪਣੇ ਆਪ ਤੁਹਾਡੇ ਅੰਦਰ ਇੱਕ ਭਾਵਨਾ ਪੈਦਾ ਹੋਵੇਗੀ ਯਾਰ ਮੈਂ ਵੀ ਇਸ ਸੰਗਠਨ ਦੇ ਨਾਲ ਜੁੜਾਂ, ਕਿਉਂਕਿ ਜਿੱਥੇ ਰਾਸ਼ਟਰਵਾਦ ਜੁੜ ਜਾਂਦਾ ਹੈ ਉੱਥੇ ਬੰਦਾ ਆਟੋਮੈਟਿਕਲੀ ਉਹਦੇ ਨਾਲ ਜੁੜਨ ਨੂੰ ਜਾਂਦਾ ਹੈ। ਸੋ ਇਹ ਸਾਡਾ ਮਕਸਦ ਹੈ। ਔਰ ਜਿਹੜਾ ਖਰਚ ਦੀ ਗੱਲ ਹੈ ਤਾਂ ਖਰਚ ਜਿਹੜਾ ਉਹ ਆਪਸ ਵਿੱਚ ਮਿਲ ਕੇ ਹੀ ਉਹਨੂੰ ਕੰਟਰੀਬਿਊਸ਼ਨ ਕੀਤਾ ਜਾਂਦਾ। ਸਰ ਜਿਹੜੇ ਕੈਂਪ ਤੁਸੀਂ ਕਹਿ ਰਹੇ ਹੋ ਪਹਿਲਾਂ RSS ਵੱਲੋਂ ਵੀ ਇਹੀ ਕੈਂਪ ਲਗਾਏ ਜਾਂਦੇ ਸਨ ਤੇ ਅੱਜ ਤੁਸੀਂ ਰਾਸ਼ਟਰੀ ਗਾਨ ਨਾਲ ਵੀ ਸ਼ੁਰੂਆਤ ਕੀਤੀ ਹੈ, ਕਿ ਲੱਗਦਾ ਨਹੀਂ ਕਿ ਤੁਸੀਂ RSS ਦੇ ਏਜੰਡੇ ਦੇ ਨਾਲ ਜੁੜ ਰਹੇ ਹੋ ਕਿਤੇ ਨਾ ਕਿਤੇ? ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਅਸੀਂ RSS ਦੇ ਏਜੰਡੇ ਨਾਲ ਨਹੀਂ ਜੁੜ ਰਹੇ। ਕਾਂਗਰਸ ਸੇਵਾ ਦਲ 1923 ਦੇ ਵਿੱਚ ਬਣਿਆ ਔਰ 1925 ਜਾਂ 26 ਦੇ ਵਿੱਚ RSS ਦਾ ਨਿਰਮਾਣ ਹੋਇਆ। ਕਾਂਗਰਸ ਸੇਵਾ ਦਲ ਦੇ ਵਿੱਚੋਂ ਹੀ ਨਿਕਲ ਕੇ ਬਾਅਦ ਵਿੱਚ RSS ਦਾ ਨਿਰਮਾਣ ਹੋਇਆ। ਕਾਂਗਰਸ ਸੇਵਾ ਦਲ ਕਿਸੇ ਦੀ ਕੋਈ ਨਕਲ ਜਾਂ ਕੋਈ ਕਿਸੇ ਦੇ ਪਿੱਛੇ ਲੱਗਣ ਵਾਲੀ ਨਹੀਂ ਹੈ, ਕਿਉਂਕਿ ਕਾਂਗਰਸ ਸੇਵਾ ਦਲ ਦਾ ਬੇਸ ਹੈ। RSS ਜਿਹੜੀ ਹੈ ਉਹ ਬਾਅਦ ਵਿੱਚ ਬਣੀ ਹੈ। ਅਸੀਂ ਕਿਸੇ ਦੇ ਪਿੱਛੇ ਨਹੀਂ ਜਾ ਰਹੇ, ਸਾਡਾ ਆਪਣਾ ਏਜੰਡਾ ਹੈ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਧਵਜ ਫਹਿਰਾਨ, ਜਿਹੜਾ ਰਾਸ਼ਟਰ ਨਿਰਮਾਣ ਜਿਹੜਾ ਸਾਡਾ ਏਜੰਡਾ ਹੈ ਉਹਦੇ ਤਹਿਤ ਰਾਸ਼ਟਰੀ ਧਵਜ ਫਹਿਰਾਨ ਦਾ ਜਿਹੜਾ ਰਾਈਟ, ਜਿਹੜਾ ਅਧਿਕਾਰ ਹੈ ਸੰਗਠਨਾਤਮਕ ਤੌਰ ਤੇ ਅਗਰ ਕਿਸੇ ਆਰਗੇਨਾਈਜੇਸ਼ਨ ਦੇ ਕੋਲ ਹੈ ਤਾਂ ਉਹ ਕਾਂਗਰਸ ਸੇਵਾ ਦਲ ਦੇ ਕੋਲ ਹੈ। ਕਾਂਗਰਸ ਸੇਵਾ ਦਲ ਦੀ ਜੋ ਵੀ ਵਰਕਸ਼ਾਪ ਲੱਗਦੀ ਹੈ, ਕਾਰਜਸ਼ਾਲਾ ਲੱਗਦੀ ਹੈ, ਕੋਈ ਕੈਂਪ ਲੱਗਦਾ, ਉਹਦੇ ਅੰਦਰ ਰਾਸ਼ਟਰ ਨਿਰਮਾਣ ਦੇ ਤਹਿਤ ਧਵਜ ਵੰਦਨ ਕਰਕੇ ਰਾਸ਼ਟਰੀ ਧਵਜ ਨੂੰ ਸਲਾਮੀ ਦਿੱਤੀ ਜਾਂਦੀ ਹੈ ਔਰ ਉਹਦੇ ਨਾਲ ਰਾਸ਼ਟਰਗਾਨ ਔਰ ਜਿਹੜਾ ਕੋਈ ਵੀ ਕਾਰਜਕ੍ਰਮ ਸਾਡਾ ਸ਼ੁਰੂ ਹੁੰਦਾ ਹੈ ਵੰਦੇ ਮਾਤਰਮ ਤੋਂ ਸ਼ੁਰੂ ਹੁੰਦਾ ਹੈ ਔਰ ਰਾਸ਼ਟਰਗਾਨ ਸਮਾਪਤੀ ਦੇ ਤੌਰ ਤੇ ਗਾਇਆ ਜਾਂਦਾ। ਇਹ 1923 ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ। RSS ਤਾਂ ਬਹੁਤ ਬਾਅਦ ਵਿੱਚ ਹੋਂਦ ਵਿੱਚ ਆਈ ਹੈ। ਸਰ ਆਪਣਾ ਨਾਮ ਕੀ ਹੈ ਜੀ ਤੇ ਡੈਜ਼ਿਗਨੇਸ਼ਨ ਕੀ ਹੈ ਸਰ? ਮੈਂ ਨਿਰਮਲ ਸਿੰਘ ਕੜਾ, ਪ੍ਰਧਾਨ ਕਾਂਗਰਸ ਸੇਵਾ ਦਲ ਪੰਜਾਬ। ਸਰ ਜਿਹੜਾ ਅੱਜ ਪ੍ਰਦੀਪ ਅਰੋੜਾ ਜੀ ਨੂੰ ਤੁਸੀਂ ਜ਼ਿਲ੍ਹਾ ਮੋਹਾਲੀ ਦਾ ਪ੍ਰਧਾਨ ਥਾਪਿਆ ਹੈ ਸਰ, ਉਹਨਾਂ ਨੂੰ ਕਿਉਂ ਚੁਣਿਆ ਗਿਆ ਜੀ? ਨਹੀਂ, ਪ੍ਰਦੀਪ ਅਰੋੜਾ ਜੀ ਪ੍ਰਧਾਨ ਅੱਜ ਨਹੀਂ ਬਣਾਏ ਗਏ। ਪ੍ਰਦੀਪ ਅਰੋੜਾ ਜੀ ਪ੍ਰਧਾਨ ਬਣ ਚੁੱਕੇ ਆ। ਇਹ ਇੱਥੋਂ ਜਦੋਂ ਇਹਨਾਂ ਨੂੰ ਬਣੇ ਨੂੰ ਮੇਰੇ ਹਿਸਾਬ ਨਾਲ 15-20 ਦਿਨ ਹੋ ਗਏ ਹੋਣੇ ਆ। ਅੱਜ ਉਹਨਾਂ ਦਾ ਲੈਟਰ ਬਣ ਕੇ ਮੇਰੇ ਹਿਸਾਬ ਨਾਲ ਆ ਚੁੱਕਾ ਵਾ ਚੰਡੀਗੜ੍ਹ ਆਫਿਸ। ਤੇ ਅੱਜ ਤਾਂ ਇਹ ਮੀਟਿੰਗ ਜਿਹੜਾ ਕਿ ਸਾਡਾ ਇੱਕ ਰੂਟੀਨ ਦੇ ਵਿੱਚ ਜੋ ਪੂਰੇ ਪੰਜਾਬ ਦੇ ਵਿੱਚ ਮੀਟਿੰਗਾਂ ਹੁੰਦੀਆਂ ਹੋ ਰਹੀਆਂ ਨੇ, ਜਿਹਦੇ ਵਿੱਚ ਅਸੀਂ ਇੱਕ ਲੋਕ ਸਭਾ ਹਲਕੇ ਵਾਈ ਕੈਂਪ ਲਗਾਉਣ ਜਾ ਰਹੇ ਹਾਂ। ਉਹਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਰੱਖੀ ਆ ਵੀ ਇੱਥੇ ਪ੍ਰਦੀਪ ਜੀ ਆਪਣੇ ਇਸ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਏਰੀਆ ਪੈਂਦਾ ਉਹਨੂੰ ਦੇਖ ਕੇ ਉਹਦੀ ਰੂਪਰੇਖਾ ਬਣਾ ਲੈਣ
ਤੇ ਕਿੱਥੇ ਕੈਂਪ ਲੱਗ ਸਕਦਾ ਉਹਨੂੰ ਜਗ੍ਹਾ ਨੂੰ ਡਿਸਾਈਡ ਕਰਕੇ ਉਹਦੀ ਚਰਚਾ ਕਰਨ ਲਈ ਆਏ ਸੀ, ਉਹਦੀ ਮੀਟਿੰਗ ਡਿਸਾਈਡ ਕੀਤੀ ਗਈ। ਸਰ ਇਹ ਕੈਂਪ ਦੇ ਵਿੱਚ ਸੀਨੀਅਰ ਲੀਡਰਸ਼ਿਪ ਕਿਹੜੇ ਆਉਣਗੇ ਕੈਂਪ? ਇਹ ਕਾਂਗਰਸ ਸੇਵਾ ਦਲ ਦਾ ਕੈਂਪ ਆ। ਇਹਦੇ ਵਿੱਚ ਜੇ ਜ਼ਿਲ੍ਹੇ ਲੈਵਲ ਤੇ ਜਿਵੇਂ ਲੋਕ ਸਭਾ ਹਲਕੇ 'ਚ ਸਾਡੇ ਸੰਬਿਆਲ ਸਾਹਿਬ ਨੇ ਵੀ ਦੱਸਿਆ, ਲੋਕ ਸਭਾ ਹਲਕਾ ਕਪੂਰਥਲਾ ਦੇ ਵਿੱਚ ਖੰਡੂਰ ਸਾਹਿਬ ਮੇਰੇ ਖਿਆਲ 'ਚ ਲੱਗਣ ਜਾ ਰਿਹਾ ਵਾ। ਉੱਥੋਂ ਦੇ MLA ਸਾਹਿਬਾਨ, ਉੱਥੋਂ ਦੇ MP ਸਾਹਿਬਾਨ, ਉੱਥੋਂ ਦੇ ਮੰਤਰੀ ਸਾਹਿਬਾਨ ਜਿਹੜੇ ਲੋਕ ਸਭਾ ਹਲਕਾ, ਜਿਵੇਂ ਲੋਕ ਸਭਾ ਹਲਕੇ ਦੇ ਕੈਂਪ ਲਾ ਰਹੇ ਆ, ਉਹਦੇ ਵਿੱਚ ਇੱਕ ਜ਼ਿਲ੍ਹਾ ਵੀ ਆ ਸਕਦਾ, ਉਹਦੇ ਵਿੱਚ 2 ਜ਼ਿਲ੍ਹੇ ਵੀ ਆ ਸਕਦੇ ਆ। ਇਸ ਕਰਕੇ ਜਿਹੜੇ ਉੱਥੇ ਦੇ MLA ਸਾਹਿਬਾਨ ਹੋਣਗੇ ਜਾਂ ਚੇਅਰਮੈਨ ਹੋਣਗੇ, 3 ਦਿਨ ਦਾ ਕੈਂਪ, 5 ਦਿਨ ਦਾ ਕੈਂਪ, ਉਹਦੇ ਵਿੱਚ ਸਵੇਰੇ ਮਾਰਨਿੰਗ ਧਵਜ ਬੰਦਨ ਹੁੰਦਾ, ਕੋਈ MLA ਆ ਕੇ ਕਰ ਸਕਦਾ, ਦੁਪਹਿਰ ਤੋਂ ਬਾਅਦ ਕੋਈ ਮੈਂਬਰ ਆਫ ਪਾਰਲੀਮੈਂਟ ਕਰ ਸਕਦਾ, ਕੋਈ MP ਆ ਸਕਦਾ, ਉਹਨਾਂ ਨੂੰ 5-5 ਮਿੰਟ ਦਿੱਤੇ ਜਾ ਸਕਦੇ, ਜਿਵੇਂ ਕਲਾਸਾਂ ਲੱਗਦੀਆਂ ਨੇ। ਉਸ ਤਰੀਕੇ ਨਾਲ ਸਾਰਿਆਂ ਨੂੰ ਬੁਲਾਇਆ ਜਾਏਗਾ ਤੇ ਸਾਰੇ ਉਸ ਕੈਂਪਾਂ ਦੇ ਵਿੱਚ ਆਉਣਗੇ ਵੀ। ਐਸੀ ਉਹਦੇ ਵਿੱਚ ਕੋਈ ਗੱਲ ਨਹੀਂ ਹੈ ਕਿ ਕਾਂਗਰਸ ਸੇਵਾ ਦਲ ਦਾ ਕੰਮ ਆ ਲੋਕਾਂ ਨੂੰ ਨਾਲ ਜੋੜਨਾ, ਸੰਗਠਨ ਨਾਲ ਜੋੜਨਾ, ਲੋਕਾਂ ਦੀਆਂ ਵਿਚਾਰਾਂ ਨੂੰ ਇੱਕ ਸਿੱਧੇ ਪਾਸੇ ਜੋੜਨਾ, ਨਾ ਕਿ ਜਿਵੇਂ RSS ਅਤੇ BJP ਵਰਗੇ ਦੀ ਸੋਚ ਆ ਮਾਰਨਾ ਤੇ ਮਾਰਨਾ। ਉਹਨਾਂ ਦਾ ਕੰਮ ਇਹ ਆ ਤੇ ਅਸੀਂ ਜੀਣਾ ਤੇ ਜਿਵਾਉਣਾ, ਇਹ ਕੰਮ ਆ ਲੋਕਾਂ ਨੂੰ ਜੀਣ ਬਾਰੇ। ਸਰ ਕੈਂਪ ਦਾ ਥੀਮ ਕੀ ਰੱਖਿਆ ਜਾਂਦਾ ਹੈ? ਜਿਵੇਂ ਦੇਖੋ ਕੈਂਪ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਸਾਡਾ ਧਵਜ ਬੰਧਨ, ਜਿਵੇਂ ਹੁਣੀ ਤੁਸੀਂ ਗੱਲ ਕੀਤੀ ਸੀ ਵੀ ਅੱਜ ਅਸੀਂ ਰਾਸ਼ਟਰੀ ਗਾਨ ਨਾਲ ਸ਼ੁਰੂ ਕੀਤਾ। ਰਾਸ਼ਟਰੀ ਗਾਨ ਨਹੀਂ, ਸਾਨੂੰ ਸ਼ੁਰੂ ਤੋਂ ਚੱਲਦਾ ਇਹੀ ਤਰੀਕਾ ਦਰਸਾਇਆ ਜਾਂਦਾ ਵੀ ਰਾਸ਼ਟਰੀ ਗਾਨ ਨਾਲ ਧਵਜ ਬੰਧਨ ਧਵਜ ਕਰਨਾ ਕਿੱਦਾਂ। ਸਾਡੇ ਕੰਮ ਰਾਸ਼ਟਰ ਦੇ ਆ, ਕੰਮ ਇਹ ਨਹੀਂ ਹੈ ਕਿ ਸਾਡੇ ਪਾਰਟੀ ਦੇ। ਉਹਦੇ ਵਿੱਚ ਸਾਡੇ ਨਾਲ ਕੋਈ ਵੀ ਲੋਕ ਆ ਕੇ ਜੁੜ ਸਕਦੇ ਆ। ਸੇਵਾ ਨਿਰਮਾਣ, ਸੇਵਾ, ਲੋਕਾਂ ਦੀ ਸੇਵਾ ਕਰਦੇ ਆ। ਉਹਦੇ ਵਿੱਚ ਕਿਸੇ ਵੀ ਤਰੀਕ ਦਾ ਕੋਈ ਵੀ ਬੰਦਾ, ਉਹਦੇ ਵਿੱਚ ਸਾਡੀ ਕੋਈ ਯੂਨੀਫਾਰਮ ਨਹੀਂ। ਸੇਵਾ ਸੰਗਠਨ ਦੇ ਤੌਰ ਤੇ ਕਿਸੇ ਦੀ ਵੀ ਸੇਵਾ ਕੀਤੀ ਜਾਂਦੀ ਹੈ। ਕਿਸੇ ਨੂੰ ਰਾਸ਼ਨ ਮੁਹੱਈਆ ਕਰਾ ਸਕਦਾ, ਕਿਸੇ ਨੂੰ ਮੈਡੀਸਨ ਮੁਹੱਈਆ ਕਰਾਈ ਜਾਂਦੀ ਹੈ। ਕਿਸੇ ਦੇ ਐਸੇ ਹਾਲਾਤ ਨੇ ਜਿਹੜੇ ਕਿ ਕਈਆਂ ਦੇ ਵਿਚਾਰਿਆਂ ਦੀਆਂ ਛੱਤਾਂ ਤੱਕ ਚੋਂਦੀਆਂ ਨੇ। ਬੱਚੇ ਵੀ ਛੱਤ ਕਿਸੇ ਟਾਈਮ ਵੀ ਡਿੱਗ ਕੇ ਉਹ ਬੱਚੇ ਵੀ ਮਰ ਸਕਦੇ ਨੇ, ਜਾ ਸਕਦੇ ਨੇ ਜਾਨੀ। ਉਹਦੀਆਂ ਕਈਆਂ ਦੀਆਂ ਛੱਤਾਂ ਵੀ ਪਹੁੰਚ ਜਾ ਰਹੀਆਂ। ਮੇਰੇ ਲੁਧਿਆਣੇ ਦੇ ਵਿੱਚ ਹੀ ਐਸੇ 2-3 ਕੇਸ ਦੇਖੇ ਜਿਹਦੇ ਵਿੱਚ ਚੰਦ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਉਣਗੇ। ਉਹਨਾਂ ਦੀਆਂ ਜਿਹੜੇ ਕਿ ਲੈਂਟਰ ਪਵਾ ਕੇ ਉਹਨਾਂ ਨੂੰ ਕਾਂਗਰਸ ਸੇਵਾ ਦਲ ਵੱਲੋਂ ਬਣਾਏ ਜਾਣਗੇ ਤਾਂ ਕਿ ਜੀਉਣ ਦਾ ਰਸਤਾ ਦਿਖਾਇਆ ਜਾਂਦਾ। ਉਹਦੇ ਵਿੱਚ ਇਹ ਨਹੀਂ ਸਾਨੂੰ ਕੋਈ ਕਾਂਗਰਸ ਪਾਰਟੀ ਜਾਂ ਕਿਸੇ ਸਰਕਾਰ ਤੋਂ ਫੰਡ ਆਉਣਗੇ ਉਹਦੇ ਬਣਾਏ ਜਾਣ। ਉਹ ਅਸੀਂ ਕਾਂਗਰਸ ਸੇਵਾ ਦਲ ਆਪਣੇ ਮੈਂਬਰ ਸਾਹਿਬਾਨ ਜਿਹੜੇ ਸਾਡੇ ਨਾਲ ਚੱਲਦੇ ਹੋਣਗੇ, ਜਿਹੜੇ ਸਾਡੇ ਲੋਕ ਸਪੋਰਟ ਕਰਨਗੇ, ਉਹ ਤੌਰ ਤੇ ਉਹ ਕੰਮ ਕੀਤੇ ਜਾਣ। ਸਰ ਤੁਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਜਾਂਦੇ ਹੋ, ਵੱਖ-ਵੱਖ ਕਸਬਿਆਂ 'ਚ ਜਾਂਦੇ ਹੋ, ਕਿ ਸਭ ਤੋਂ ਵੱਧ ਔਕੜਾਂ ਕੀ ਆ ਰਹੀ ਹੈ ਵਰਕਰਾਂ ਨੂੰ ਇਸ ਵਕਤ ਕਾਂਗਰਸ ਦੇ? ਜੀ ਔਕੜਾਂ ਜ਼ਰੂਰ ਸਾਹਮਣੇ ਆਈਆਂ ਨੇ, ਅੱਜ ਵੀ ਮੀਟਿੰਗ 'ਚ ਆਈਆਂ ਨੇ ਵੀ ਹਾਂ ਠੀਕ ਆ, ਕਿਤੇ ਨਾ ਕਿਤੇ ਵਰਕਰ ਕਾਂਗਰਸ ਪਾਰਟੀ ਤੋਂ, ਕਾਂਗਰਸ ਦੀ ਸਰਕਾਰ ਤੋਂ ਕਿਤੇ ਨਾ ਕਿਤੇ ਨਾਰਾਜ਼ ਜ਼ਰੂਰ ਹੈ। ਪਰ ਉਹ ਨਾਰਾਜ਼ਗੀਆਂ ਜਦੋਂ ਇੱਕ ਪਰਿਵਾਰ 'ਚ ਨਾਰਾਜ਼ਗੀਆਂ ਸਾਰੇ ਪਰਿਵਾਰਾਂ 'ਚ ਹੁੰਦੀਆਂ ਨੇ, ਜਦੋਂ ਬੈਠ ਲਈਆਂ ਜਾਂਦੀਆਂ ਨੂੰ ਹੱਲ ਕੀਤੇ ਜਾਂਦੇ ਆ। ਹੁਣ ਵੀ ਜੋ ਦਿੱਲੀ ਦੇ ਵਿੱਚ ਸਾਨੂੰ ਬੁਲਾਇਆ ਗਿਆ, ਉਹਦੇ ਵਿੱਚ ਮੈਨੂੰ ਵੀ ਬੁਲਾਇਆ ਗਿਆ ਜਿਹੜੀ ਤਿੰਨੋਂ ਕਮੇਟੀਆਂ ਦੇ ਵਿੱਚ ਸਾਰੇ ਮੈਂਬਰ ਆਫ ਪਾਰਲੀਮੈਂਟ, MLA, MP ਸਾਹਿਬਾਨਾਂ ਨੂੰ ਬੁਲਾਇਆ। ਉਹ ਜਿਹੜੀਆਂ ਦਿੱਕਤਾਂ ਸੀ ਉਹਨਾਂ ਨੂੰ ਦੱਸੀਆਂ ਸੀ, ਉਹ ਚੰਦ ਦਿਨਾਂ ਦੇ ਵਿੱਚ ਹੱਲ ਹੋ ਜਾਣਗੀਆਂ। ਸਾਰੇ ਇੱਕ ਪਲੇਟਫਾਰਮ ਤੇ ਇਲੈਕਸ਼ਨ ਲੜੇ ਜਾਣਗੇ, ਕੋਈ ਐਸੀ ਗੱਲ ਨਹੀਂ ਹੋਏਗੀ, ਵਧੀਆ ਤਰੀਕੇ ਨਾਲ ਲੜੇ ਜਾਣਗੇ। ਇੱਕ ਮਿੰਟ, ਮੈਂ ਜਿਹੜਾ ਉਹਨਾਂ ਦੀ ਇਹ ਸਿੱਖਿਆ ਦੇਣ ਦਾ ਮਤਲਬ ਹੈ, ਉਹਨਾਂ ਨੇ ਹਿੰਦੁਸਤਾਨ ਨੂੰ ਅੱਜ 30-40 ਸਾਲ ਬੈਕ 'ਚ ਲੈ ਕੇ ਚਲੇ ਗਏ ਹੈ। ਜਾ ਕੇ ਜਿਹੜਾ ਸਾਡੀ ਕਾਂਗਰਸ ਨੇ ਕੀਤਾ ਉਹਨੂੰ ਸਾਰਾ ਹੀ ਉਹਨਾਂ ਖੱਡੇ 'ਚ ਪਾਤਾ। ਕਿਸ ਤਰ੍ਹਾਂ ਜੀ? ਇਹ ਜਿਹੜੀ ਉਹਨਾਂ ਦੀ ਸੋਚ ਹੈ ਉਹ ਸਾਡੀ ਕਾਂਗਰਸ ਨਾਲ ਨਹੀਂ ਮਿਲਦੀ। ਨਹੀਂ, ਜੇਕਰ ਸੋਚ ਕਾਂਗਰਸ ਨਾਲ ਨਹੀਂ ਮਿਲਦੀ ਤਾਂ ਇਸ ਦਾ ਮਤਲਬ ਕਿ ਦੇਸ਼ 30 ਸਾਲ ਪਿੱਛੇ ਜਾਏ? ਨਹੀਂ, ਇਸ ਤਰ੍ਹਾਂ ਹੋਇਆ ਕਿ ਜਿਹੜੇ ਅਸੀਂ ਪ੍ਰੋਗਰਾਮ ਬਣਾਏ ਸੀ ਉਹ ਕੋਈ ਵੀ ਲਾਗੂ ਨਹੀਂ ਹੋਇਆ। ਇਹਨਾਂ ਨੇ ਆਪਣੇ ਤੌਰ ਤੇ, ਸਾਡਾ ਕਿਸਾਨ ਅੱਜ ਮਰ ਰਿਹਾ ਦਿੱਲੀ ਦੇ ਵਿੱਚ, ਅੱਜ ਉਹਨਾਂ ਦੀ ਕੋਈ ਪੁੱਛ ਨਹੀਂ ਹੋ ਰਹੀ। ਉਹਦੇ ਵਿੱਚ ਕੈਪਟਨ ਸਾਹਿਬ ਦਾ ਹੀ ਨਾਮ ਆਉਂਦਾ ਹੈ ਕਿ ਜਦੋਂ ਪੰਜਾਬ ਕੈਪਟਨ ਸਾਹਿਬ ਹਮਾਇਤ ਕਰ ਰਹੇ ਉਹਨਾਂ ਦੀ। ਨਹੀਂ, ਕਹਿੰਦੇ ਜੀ ਉਲਟਾ ਉਹਨਾਂ ਦੀ ਹਮਾਇਤ ਕੀਤੀ ਦੇ ਵਿੱਚ ਵੀ ਬਿੱਲ ਪਾਸ ਹੋ ਕੇ ਕੈਪਟਨ ਅੱਗੇ ਗਏ ਨਹੀਂ, ਬਿਲਕੁਲ ਇਸ ਤਰ੍ਹਾਂ ਤੋਂ। ਇੱਕ ਮਿੰਟ, ਬਾਦਲ ਜਿਹੜਾ ਉਹਨਾਂ ਦੀ ਜਿਹੜੀ ਬਹੂ ਹੈ ਉਹ ਵੀ ਤਾਂ RSS ਦੀ MP ਸੀ ਉਸ ਵੇਲੇ, ਜਿਹੜੇ ਸਾਰਾ ਕੁਝ ਕੀਤਾ। ਨਹੀਂ ਫਿਰ ਕਿਸਾਨ ਵਿਰੋਧ ਕਾਂਗਰਸੀ ਨੇ ਕਿਉਂ ਕਰ ਰਹੇ ਹੈ ਜੀ? ਕਾਂਗਰਸ ਦਾ ਕੋਈ ਇਹ ਸਾਰੀ ਇਹਨਾਂ ਦੀ ਆਪਣਾ ਅਕਾਲੀ ਦਲ ਦਾ ਜਿਹੜਾ ਇਹ ਸਾਰਾ ਸੋਚ ਹੈ ਸਾਡੇ ਨਾਲ ਆ, ਅਸੀਂ ਉਹਨਾਂ ਦੇ ਨਾਲ ਆ। ਜਿਹੜੇ ਕਿਸਾਨ ਆ ਅਸੀਂ ਉਹਦੇ ਬਿਲਕੁਲ ਨਾਲ ਆ। ਸਾਡਾ ਸੈਂਟਰ ਨਾਲ ਹੈ। ਰਾਹੁਲ ਗਾਂਧੀ ਜੀ ਨੇ ਬਿਆਨ ਦਿੱਤਾ। ਇਹਨਾਂ ਦੇ ਨਾਲ ਤੁਸੀਂ ਅਕਾਲੀ ਦਲ ਦੇ ਨਾਲ ਹੋ, ਕਿਸਾਨਾਂ ਦੇ ਨਾਲ? ਅਸੀਂ ਕਿਸਾਨ ਦਲ ਦੇ ਨਾਲ ਖੜੇ ਆ। ਜਿੱਥੇ ਵੀ ਉਹਨਾਂ ਦੀ ਕੋਈ ਐਸੀ ਅੜਚਨ ਜਾਂ ਮੁਸ਼ਕਲ ਆ ਗਈ ਅਸੀਂ ਖੜੇ ਆ। ਜੀ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਸਰ, ਕੀ ਕਹਿਣਾ ਚਾਹੁੰਦੇ ਜ਼ਿੰਮੇਵਾਰੀ? ਅਸੀਂ ਬਚਪਨ ਤੋਂ ਹੀ ਕਾਂਗਰਸ ਦੇ ਨਾਲ ਹੈ ਜੀਗਲ ਸਾਹਿਬ, ਤੇ ਕਾਂਗਰਸ ਪਾਰਟੀ ਦੀ ਅਸੀਂ ਜਦੋਂ ਗਿਆਨੀ ਜੈਲ ਸਿੰਘ ਜੀ, ਸ਼੍ਰੀਮਤੀ ਇੰਦਰਾ ਗਾਂਧੀ ਜੀ, ਰਾਜੀਵ ਗਾਂਧੀ ਜੀ, ਜਿੰਨੇ ਵੀ ਸਾਡੇ ਬੂਟਾ ਸਿੰਘ ਜੀ, ਜਿੰਨੇ ਵੀ ਸਾਡੇ ਲੀਡਰ ਹੋਏ ਆ, ਦੁੱਲੋ ਸਾਹਿਬ ਆਏ, ਜਿਹੜੇ ਵੀ ਭਾਗ ਸਿੰਘ ਜੀ ਆਏ, ਜਿੰਨੇ ਵੀ ਸਾਡੇ ਕਾਂਗਰਸ ਪਾਰਟੀ, ਸੁਦੇਸ਼ ਸ਼ਰਮਾ ਜੀ ਆਏ ਮਰਿੰਡੇ ਤੋਂ, ਜਗਮੋਹਨ ਸਿੰਘ ਕੰਗ ਸਾਹਿਬ ਆਏ ਇੱਥੇ, ਅਸੀਂ ਜਿਹਨੂੰ ਵੀ ਪਾਰਟੀ ਨੇ ਇੱਥੇ MLA ਦੀ ਟਿਕਟ ਦੇ ਕੇ ਭੇਜਿਆ ਜਾਂ ਪਾਰਟੀ ਦੀ ਕੋਈ ਨੁਮਾਇੰਦਗੀ ਵਾਸਤੇ ਭੇਜਿਆ, ਅਸੀਂ ਬਿਨਾਂ ਕਿਸੇ ਭੇਦਭਾਵ ਤੋਂ ਉਹਨਾਂ ਦੀ ਹਮੇਸ਼ਾ ਹੀ ਮਦਦ ਕੀਤੀ ਹੈ ਔਰ ਅਸੀਂ ਕਰਦੇ ਰਹਾਂਗੇ, ਕਿਉਂਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਹੈ। ਸਾਨੂੰ ਇਹ ਪਤਾ, ਅਗਰ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਆਪਣੀਆਂ ਸ਼ਹੀਦੀਆਂ ਨਾ ਦਿੰਦੀ,
ਆਪਣੀਆਂ ਕੁਰਬਾਨੀਆਂ ਨਾ ਦਿੰਦੀ, ਸ਼ਾਇਦ ਇਹ ਹੱਸਦਾ ਵਸਦਾ ਪੰਜਾਬ ਅੱਜ ਨਾ ਹੁੰਦਾ। ਇਸ ਕਰਕੇ ਉਹ ਰਿਣ ਤਾਂ ਅਸੀਂ ਤਾਰਨਾ ਹੀ ਤਾਰਨਾ ਕਾਂਗਰਸ ਪਾਰਟੀ ਦਾ, ਤੇ ਅਸੀਂ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਖੜੇ ਹਾਂ। ਸਾਡੇ ਗਿਲੇ ਸ਼ਿਕਵੇ ਪਾਰਟੀ ਦੇ ਵਿੱਚ ਹੋਣਗੇ, ਹੁੰਦੇ ਰਹਿਣਗੇ, ਕੋਈ ਗੱਲ ਨਹੀਂ, ਪਰ ਕਾਂਗਰਸ ਪਾਰਟੀ ਜਿਹਨੂੰ ਵੀ ਇੱਥੇ ਟਿਕਟ ਦੇ ਕੇ ਭੇਜਦੀ ਹੈ, ਕਾਂਗਰਸ ਸੇਵਾ ਦਲ ਹੈ ਜਿਹੜਾ ਸਾਡਾ, ਜਿਹੜਾ ਜ਼ਿਲ੍ਹੇ ਦੀ ਜਿਹੜੀ ਕਾਂਗਰਸ ਸੇਵਾ ਦਲ ਹੋਏਗੀ, ਉਹ ਅਸੀਂ ਇੱਕ ਇੱਕ ਕਦਮ ਤੇ ਆਪਣੀ ਛਾਤੀ ਦੇ ਉੱਤੇ ਉਹਨਾਂ ਦੇ ਪੈਰ ਰੱਖ ਕੇ ਉਹਨਾਂ ਦੀ ਮਦਦ ਕਰਾਂਗੇ। ਸਰ, ਜੇਕਰ ਜ਼ਿਲ੍ਹਾ ਮੋਹਾਲੀ ਦੇ ਵਿੱਚ ਕੈਂਪ ਲਾਉਣਾ ਪਿਆ ਤੇ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲੇਗੀ, ਕਿਸ ਤਰ੍ਹਾਂ ਉਹਨੂੰ ਮੈਨੇਜ ਕਰੋਗੇ ਜੀ? ਜੋ ਵੀ ਪਾਰਟੀ ਦਾ ਹੁਕਮ ਹੋਏਗਾ ਸਰ, ਉਹ ਅਸੀਂ ਪੂਰਾ ਕਰਨਾ, ਕਿਉਂਕਿ ਅਸੀਂ ਲੋਕਾਂ ਨੂੰ ਉਹ ਦੱਸਣਾ ਚਾਹੁੰਦੇ ਜੋ ਸਾਡੀ ਪੁਰਾਣੀ ਕਾਂਗਰਸ ਸੀਗੀ, ਜਿਹਦੇ ਵਿੱਚ ਸਾਡੇ ਪ੍ਰਧਾਨ ਕਾਂਸ਼ੀ ਰਾਮ ਜੀ, ਪ੍ਰਧਾਨ ਧਨੀ ਰਾਮ ਜੀ, ਨੇਤਰ ਮੁਨੀ ਜੀ, ਇਹਨਾਂ ਦੇ ਥੱਲੇ ਸਰਦਾਰ ਰਾਜਾ ਸਿੰਘ ਜੀ, ਅਸੀਂ ਇਹਨਾਂ ਦੇ ਥੱਲੇ ਕਿੰਨਾ ਕੰਮ ਕੀਤਾ, ਸਾਨੂੰ ਇਹਨਾਂ ਦਾ ਪਤਾ। ਉਹ ਕਾਂਗਰਸ ਅਸੀਂ ਦੁਬਾਰਾ ਲੱਭ ਰਹੇ ਹਾਂ ਕਿ ਸਾਨੂੰ ਉਹ ਕਾਂਗਰਸ ਲੱਭ ਜਵੇ। ਸਾਡੇ ਉਹ ਪੁਰਾਣੇ ਬਲਾਕ ਪ੍ਰਧਾਨ, ਸਾਡੇ ਉਹ ਪੁਰਾਣੇ ਡਿਸਟ੍ਰਿਕਟ ਪ੍ਰਧਾਨ, ਜਿਹੜੇ ਇੱਕ ਬੋਲ ਤੇ, ਸੰਤੋਖ ਸਿੰਘ ਜੀ ਰੰਧਾਵਾ, ਇੱਕ ਵਾਰ ਦਿੱਲੀ ਦੇ ਵਿੱਚ ਮੈਂ ਛੋਟਾ ਜਿਹਾ ਰੈਲੀ ਚਲਾ ਗਿਆ, ਮੈਨੂੰ ਆਪਣੇ ਆਪ ਬੱਸ 'ਚ ਬਿਠਾ ਕੇ ਗਏ। ਅਸੀਂ ਉਹ ਕਾਂਗਰਸ ਦੀ ਇਤਲਾਹ। ਅੱਜ ਦੀ ਕਾਂਗਰਸ ਨੂੰ ਕਿੱਥੇ ਦੇਖਦੇ ਹੋ ਸਰ? ਉਹਨਾਂ ਨਾਲ ਕੀ ਫਰਕ ਨਜ਼ਰ ਆ ਰਿਹਾ? ਅੱਜ ਦੀ ਜਿਹੜੀ ਕਾਂਗਰਸ ਹੈ, ਕਾਂਗਰਸ 'ਚ ਕੋਈ ਕਮੀ ਨਹੀਂ। ਕਾਂਗਰਸ ਦਾ ਕੀ ਹੋਇਆ, ਥੋੜਾ ਜਿਹਾ ਉਹਨਾਂ ਨੇ ਆਪਣੇ ਵਰਕਰਾਂ ਨੂੰ ਥੋੜਾ ਇਗਨੋਰ ਕਰਤਾ, ਪਰ ਇਹ ਗੱਲ ਨਹੀਂ ਵੀ ਉਹ ਸਾਤੋਂ ਦੂਰ ਗਏ, ਖੜੇ ਸਾਡੇ ਨਾਲ ਹੈ। ਹੋ ਸਕਦਾ ਸਾਡੇ ਵੱਲੋਂ ਵੀ ਉਹਨਾਂ ਨੂੰ ਇੰਨਾ ਪ੍ਰੇਮ ਨਾ ਦਿੱਤਾ ਗਿਆ ਹੋਵੇ, ਇਹ ਵੀ ਹੋ ਸਕਦਾ, ਪਰ ਅੱਜ ਕੱਲ੍ਹ ਸਾਡੀਆਂ ਜਿਹੜੀਆਂ ਜ਼ਰੂਰਤਾਂ ਤੀਆਂ, ਇਹ ਆ ਜਿਹੜੇ ਸਾਡੀਆਂ ਜੋ ਅਸੀਂ ਚਾਹੁੰਦੇ ਤੇ, ਹੋ ਸਕਦਾ ਸਾਡੀਆਂ ਹੀ ਇਸ਼ਾਵਾਂ ਜ਼ਿਆਦਾ ਵੱਧ ਗਈਆਂ ਹੋਣ, ਪਰ ਕਾਂਗਰਸ ਪਾਰਟੀ 'ਚ ਤਾਂ ਕਿਤੇ ਵੀ ਕੋਈ ਦਾਗ ਨਹੀਂ ਹੋ ਸਕਦਾ।